ਸਿੱਖੀ ਨੂੰ ਸਮਝਣ ਲਈ ਸਾਨੂੰ ਸਵਾਲ ਜਵਾਬ ਕਰਨੇ ਪੈਣਗੇ, ਜੋ ਸਾਡੇ ਪ੍ਰਚਾਰਕਾਂ ਨੂੰ ਬਹੁਤ ਪਹਿਲਾਂ ਕਰ ਦੇਣੇ ਚਾਹੀਦੇ ਸੀਗੇ, ਪਰ ਉਹ ਨਹੀਂ ਹੋਏ। ਮੈਂ ਖਾਲਸਾ ਕਾਲਜ ਫॉर ਵੂਮਨ ਅੰਮ੍ਰਿਤਸਰ ਦੇ ਵਿੱਚ ਪੜ੍ਹਾਇਆ ਹੈ। ਉਸ ਤੋਂ ਪਹਿਲਾਂ ਮੈਂ ਆਰਾ ਬਾਵਾ ਡੀਏਵੀ ਕਾਲਜ ਬਟਾਲਾ ਪੜ੍ਹਾਉਂਦੀ ਰਹੀ ਹਾਂ। ਮੇਰੇ ਲਈ ਰਿਕਸ਼ੇ ਵਾਲਾ ਜਿਹੜਾ ਸਾਰਾ ਦਿਨ ਰਿਕਸ਼ਾ ਚਲਾ ਕੇ ਆਪਣੇ ਬੱਚਿਆਂ ਨੂੰ 2 ਵਕਤ ਦੀ ਰੋਟੀ ਦਿੰਦਾ ਹੈ ਨਾ, ਮੈਂ ਉਹਦੇ ਲਈ ਕੁਰਸੀ ਛੱਡ ਸਕਦੀ ਹਾਂ। ਉਹਨਾਂ ਨੇਤਾਵਾਂ ਵਾਸਤੇ ਕੁਰਸੀ ਮੇਰੇ ਕੋਲ ਹੈ ਨਹੀਂ, ਜਾਂ ਮੈਂ ਛੱਡ ਨਹੀਂ ਸਕਦੀ, ਜਿਹੜੇ ਜਾ ਕੇ ਤੇ ਲੋਕਾਂ ਦੇ ਖੂਨ ਪੀਂਦੇ ਆ, ਜਿਹਨੂੰ ਜਗਤ ਗੁਰੂ ਬਾਬਾ ਨਾਨਕ ਕਹਿੰਦੇ ਆ। ਉਹ ਵੀ ਜਾ ਕੇ ਤੇ ਫਿਰ ਆਪਣੇ ਹਲ ਵਾਹੁਣਾ ਸ਼ੁਰੂ ਕਰ ਦਿੰਦਾ। ਨਹੀਂ ਤੇ ਉਹਨਾਂ ਦੇ ਤੇ ਫਾਲੋਅਰਸ ਵੀ ਸੀਗੇ, ਉਹ ਵੀ ਕਹਿ ਸਕਦੇ ਸੀ, ਕਿਸੇ ਸਾਧ ਵਾਂਗੂ ਆਪਣਾ ਡੇਰਾ ਬਣਾ ਕੇ ਕਹਿ ਸਕਦੇ ਸੀ ਕਿ ਮੈਨੂੰ ਚੜਾਵਾ ਚੜਾਈ ਚੱਲੋ। ਦਰਬਾਰ ਸਾਹਿਬ ਆਪਾਂ ਜਾ ਕੇ ਤੇ ਜੋੜਾ ਘਰ ਦੇ ਵਿੱਚ ਆਪਣੇ ਜੋੜੇ ਜਮ੍ਹਾਂ ਕਰਾ ਕੇ ਅੰਦਰ ਚੱਲ ਜਾਂਦੇ ਆ। ਜਦੋਂ ਆਪਾਂ ਬਾਹਰ ਆਈਦਾ ਤੇ ਉਹ ਜੋੜੇ ਜਿਹੜੇ ਸਾਡੇ ਪਾਲਿਸ਼ ਹੋਏ ਹੁੰਦੇ ਆ। ਅਗਲਾ ਜਿਹੜਾ ਸਵਾਲ ਹੈ ਜਗਜੀਤ ਸਿੰਘ ਹੁਣਾਂ ਨੇ ਪਾਇਆ ਕਿ ਕੜਾਹ ਪ੍ਰਸ਼ਾਦ ਦਾ ਇਤਿਹਾਸ ਕੀ ਹੈ। ਗੁਰੂ ਨਾਨਕ ਦੇ ਮਨੁੱਖੀ ਜਨਮ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਵਰਤਾਰਾ ਸੀਗਾ ਕਿ ਜਿਹੜਾ ਸ਼ੂਦਰ ਆ ਉਹਦਾ ਪਰਛਾਵਾਂ ਵੀ ਨਹੀਂ ਪੈ ਸਕਦਾ, ਜਿਹੜੇ ਬ੍ਰਾਹਮਣ ਆ ਉਹ ਸ਼ੂਦਰ ਤੋਂ ਪਿੱਟਿਆ ਜਾਂਦਾ ਆ। ਸਾਡੇ ਪੂਰੇ ਸਿੱਖ ਸਮਾਜ ਦੇ ਵਿੱਚ ਦਲਿਤ ਵਰਡ ਹੀ ਨਹੀਂ ਆ, ਕਿਉਂਕਿ ਸਿੱਖਾਂ ਦਾ ਦਲਨ ਹੋ ਸਕਦਾ ਹੈ ਕਦੀ? ਸਿੱਖਾਂ ਦਾ ਦਲਨ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇੱਕ ਸਪੈਸ਼ਲ ਜਿਹੜਾ ਐਪੀਸੋਡ ਆ ਉਹਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਹੀ ਐਪੀਸੋਡ ਦੇ ਵਿੱਚ ਇਹ ਗੱਲ ਦੱਸੀ ਸੀਗੀ ਕਿ ਮੈਂ 4 ਹਫ਼ਤੇ ਤੁਹਾਡੇ ਨਾਲ ਲਗਾਤਾਰ ਗੱਲ ਕਰਿਆ ਕਰੂੰਗੀ, ਆਪਣੇ ਜਿਹੜੇ ਵਿਚਾਰ ਆ ਉਹ ਤੁਹਾਡੇ ਨਾਲ ਸਾਂਝੇ ਕਰਿਆ ਕਰੂੰਗੀ, ਔਰ 5ਵੇਂ ਹਫ਼ਤੇ ਜਿਹੜਾ ਹੈਗਾ ਉਹ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਲਿਆ ਕਰੂੰਗੀ, ਜੋ ਵੀ ਤੁਹਾਡੇ ਸਵਾਲ ਹੋਏ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕੀਤੀ ਸੀਗੀ, ਤੁਹਾਡੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਜਿਹੜੇ ਵੀ ਤੁਹਾਡੇ ਕੁਐਸਚਨਸ ਹੈਗੇ ਆ, ਕਿਉਂਕਿ ਇਹ ਜਿਹੜਾ ਮੰਚ ਹੈ, ਜਿਹੜਾ ਕਿਰਦਾਰੇ ਖਾਲਸਾ ਦਾ ਜਿਹੜਾ ਐਪੀਸੋਡ ਆਪਾਂ ਕਰ ਰਹੇ ਹਾਂ, ਜਿਹੜਾ ਪ੍ਰੋਗਰਾਮ ਆਪਾਂ ਕਰ ਰਹੇ ਹਾਂ, ਇਸ ਮੰਚ ਨੂੰ ਮੈਂ ਯੂਜ਼ ਕਰਨਾ ਚਾਹੁੰਦੀ ਹਾਂ ਜਿਹੜੀਆਂ ਸਾਡੇ ਪੰਥ ਦੇ ਵਿੱਚ ਦੁਵਿਧਾਵਾਂ ਪਈਆਂ ਆ ਉਹਨਾਂ ਨੂੰ ਕਿਸੇ ਹੱਦ ਤੱਕ ਸੋਲਵ ਕਰਨ ਦੇ ਵਾਸਤੇ। ਔਰ ਮੈਂ ਵੀ ਤੁਹਾਨੂੰ ਕਿਹਾ ਸੀਗਾ ਕਿ ਇਕੱਲੀ ਮੈਂ ਨਹੀਂ ਕਰ ਸਕਦੀ। ਹੋ ਸਕਦਾ ਆ ਜਿਹੜੇ ਤੁਸੀਂ ਮੈਨੂੰ ਸਵਾਲ ਪਾਓ ਉਹਨਾਂ ਦਾ ਪੂਰੀ ਤਰੀਕੇ ਨਾਲ ਇੱਕ ਰੈਸ਼ਨਲ ਵੇ ਦੇ ਨਾਲ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗੀ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮੈਂ ਪਰਫੈਕਟ ਨਹੀਂ ਹੈਗੀ ਦੁਨੀਆ 'ਚ। ਸ਼ਾਇਦ ਸਿਰਫ ਇੱਕ ਪਰਮਾਤਮਾ ਦਾ ਨਾਮ ਪਰਫੈਕਟ ਆ, ਹੋਰ ਕੁਝ ਵੀ ਪਰਫੈਕਟ ਨਹੀਂ ਆ। ਅਤੇ ਸ਼ਾਇਦ ਹੋ ਸਕਦਾ ਕੋਈ ਸਵਾਲਾਂ ਦੇ ਜਵਾਬ ਮੈਂ ਨਾ ਦੇ ਸਕਾਂ, ਤਾਂ ਫਿਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਇੱਕ ਕੋਈ ਬੁੱਧੀਜੀਵ ਜਾਂ ਕੋਈ ਇੰਟਲੈਕਚੁਅਲ ਜਿਹੜਾ ਸਾਡੇ ਕੋਈ ਸਿੱਖ ਸਕਾਲਰ, ਆਪਾਂ ਉਹਨੂੰ ਬੁਲਾ ਕੇ ਵੀ ਜਿਹੜੇ ਆ ਉਹ ਸਵਾਲਾਂ ਦੇ ਜਵਾਬ ਲੈ ਸਕਦੇ ਹਾਂ। ਔਰ ਫਿਰ ਮੈਂ ਤੁਹਾਡੇ ਨਾਲ ਇਹ ਵੀ ਵਾਅਦਾ ਕੀਤਾ ਸੀਗਾ ਕਿ ਜੇ ਮੰਨ ਲਓ ਕਿ ਸਾਡੇ ਕੋਲ ਕੋਈ ਐਸਾ ਸਵਾਲ ਆ ਗਿਆ ਜਿਹਦਾ ਕਿਸੇ ਇੰਟਲੈਕਚੁਅਲ ਕੋਲ ਵੀ ਜਵਾਬ ਹੈ ਨਹੀਂ, ਤਾਂ ਫਿਰ ਸੰਗਤ ਦੀ ਕਚਹਿਰੀ ਤਾਂ ਹੈਗੀ ਹੈ। ਫਿਰ ਆਪਾਂ ਸੰਗਤ ਦੇ ਸਨਮੁਖ ਉਹ ਜਿਹੜਾ ਸਵਾਲ ਆ ਉਹ ਰੱਖਾਂਗੇ ਔਰ ਉਹਦਾ ਜਵਾਬ ਜਿਹੜਾ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਵਾਲਾਂ ਦੇ ਜਵਾਬ ਜ਼ਰੂਰ ਲੱਭ ਜਾਂਦੇ ਆ, ਐਸੀ ਗੱਲ ਨਹੀਂ ਕਿ ਸਵਾਲਾਂ ਦੇ ਜਵਾਬ ਨਹੀਂ, ਕਿਉਂਕਿ ਸਾਡੇ ਕੋਲ ਇੱਕ ਬੜਾ ਵੱਡਾ ਵਿਰਸਾ ਆ, ਸਾਡਾ ਇੱਕ ਬੜਾ ਵੱਡਾ ਇਤਿਹਾਸ ਆ। ਔਰ ਸਭ ਤੋਂ ਜਿਹੜੀ ਪਿਆਰੀ ਗੱਲ ਹੋਈ ਹੈ ਕਿ ਸਭ ਬੜਾ ਨਵਾਂ ਇਤਿਹਾਸ ਆ। ਕੁਝ ਕੁ ਸਾਲ ਹੀ ਹੋਏ ਆ, 500 ਸਾਲ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਉਨੇ ਕੁ ਸਾਲ ਹੋਏ ਆ। ਅਤੇ ਜੇ ਆਪਾਂ ਉਹਦੇ ਵਿੱਚੋਂ ਵੀ ਆਪਣੇ ਸਵਾਲਾਂ ਦੇ ਜਵਾਬ ਨਹੀਂ ਲੱਭ ਸਕਦੇ ਤਾਂ ਫਿਰ ਆਈ ਥਿੰਕ ਕਿ ਸਾਨੂੰ ਕਿਸੇ ਨੂੰ ਵੀ ਕੁਐਸਚਨ ਕਰਨ ਦਾ ਮਤਲਬ ਨਹੀਂ ਬਣਦਾ। ਸੋ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕੀਤੀ ਸੀਗੀ ਕਿ ਸਾਨੂੰ ਆਪਣੇ ਜਿਹੜੇ ਸਵਾਲ ਹੈ ਉਹ ਲਿਖ ਕੇ ਜ਼ਰੂਰ ਭੇਜੋ। ਹੁਣ ਪ੍ਰੋਬਲਮ ਇੱਥੇ ਇੱਕ ਆਉਂਦੀ ਆ ਕਿ ਸਾਨੂੰ ਬਹੁਤ ਲੋਕ ਜਿਹੜੇ ਖਾਸ ਤੌਰ 'ਤੇ ਯੂਕੇ ਦੀ ਸੰਗਤ, ਕਿਉਂਕਿ ਇਹ ਪ੍ਰੋਗਰਾਮ ਯੂਕੇ 'ਚ ਰਿਕਾਰਡ ਹੁੰਦਾ ਅਤੇ ਇਸ ਕਰਕੇ ਮੈਂ ਚਾਹੁੰਦੀ ਸੀਗੀ ਔਰ ਮੈਨੂੰ ਉਮੀਦ ਸੀ ਕਿ ਯੂਕੇ ਦੀ ਸੰਗਤ ਜਿਹੜੀ ਆ, ਕਿਉਂਕਿ ਉਹ ਅਕਾਲ ਚੈਨਲ ਦੇ ਨਾਲ ਬੜੀ ਰੂਬਰੂ ਵੀ ਹੈਗੀ, ਉਹਨਾਂ ਨੂੰ ਪਤਾ ਵੀ ਹੈ ਕਿ ਅਕਾਲ ਚੈਨਲ ਦੇ ਈਮੇਲ ਆਈਡੀਜ਼ ਕੀ ਆ, ਅਤੇ ਉਹਨਾਂ ਨੂੰ ਜ਼ਰੂਰ ਉਹ ਕੁਐਸਚਨ ਭੇਜੂਗੀ। ਪਰ ਪਤਾ ਨਹੀਂ, ਜਾਂ ਤਾਂ ਸਾਨੂੰ ਇੱਕ ਆਦਤ ਪੈ ਗਈ ਆ ਕਿ ਜਦੋਂ ਆਪਾਂ ਕਿੰਤੂ ਪਰੰਤੂ ਕਰਨਾ ਹੁੰਦਾ ਫਿਰ ਆਪਾਂ ਸਾਰੇ ਅੱਗੇ ਆ ਜਾਂਦੇ ਹਾਂ ਕਿ ਆਹ ਵੀ ਗਲਤ। ਜੇ ਕਿਸੇ ਕੋਲ ਸਿਹਾਰੀ ਬਿਹਾਰੀ ਦੀ ਵੀ ਗਲਤੀ ਹੋ ਜਾਏ, ਆਪਾਂ ਨੁਕਤਾ ਚੁੰਨੀ ਫਟਾਫਟ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸਵਾਲਾਂ ਜਵਾਬਾਂ ਦੀ ਗੱਲ ਆਉਂਦੀ ਹੈ, ਜਿੱਥੇ ਇੱਕ ਡਾਇਲੋਗ ਦੀ ਗੱਲ ਆਉਂਦੀ ਆ, ਉੱਥੇ ਆ ਕੇ ਆਪਾਂ ਸਭ ਚੁੱਪ ਸ਼ਾਂਤ ਵੱਟ ਜਾਂਦੇ ਹਾਂ ਕਿ ਛੱਡੋ ਪਰੇ, ਆਪਾਂ ਕੀ ਕਰਨਾ ਹੈ ਨਾ, ਜਾਂ ਸਾਡੇ ਕੋਲ ਟਾਈਮ ਹੀ ਇੰਨਾ ਨਹੀਂ। ਜਦੋਂ ਤੱਕ ਅਸੀਂ ਡਿਬੇਟ ਨੂੰ ਸਾਈਡ 'ਤੇ ਰੱਖ ਕੇ, ਇੱਕ ਆਰਗੂਮੈਂਟ ਨੂੰ ਜਿਹੜਾ ਸਾਈਡ 'ਤੇ ਰੱਖ ਕੇ ਸਵਾਲ ਜਵਾਬ ਦੀ ਇੱਕ ਡਾਇਲੋਗ ਦੀ ਪ੍ਰਕਿਰਿਆ ਵਿੱਚ ਨਹੀਂ ਆਉਂਦੇ, ਤਦ ਤੱਕ ਸਾਡੇ ਜਵਾਬ ਮਿਲਣੇ ਤਕਰੀਬਨ ਅਸੰਭਵ ਆ। ਮੈਨੂੰ ਸਵਾਲ ਪਾਉਣ ਦਾ ਮਤਲਬ ਇਹ ਨਹੀਂ ਆ ਕਿ ਮੈਂ ਤੁਹਾਡੇ ਕੁਐਸਚਨਸ ਨੂੰ, ਜਾਂ ਤੁਹਾਨੂੰ ਮੈਂ ਇਹ ਕਹਿ ਰਹੀ ਕਿ ਮੇਰੇ ਕੋਲ ਸਾਰੇ ਜਵਾਬ ਹੈਗੇ ਆ, ਤੁਸੀਂ ਮੈਨੂੰ ਸਵਾਲ ਪਾਓ ਅਤੇ ਤੁਹਾਡੇ ਕੋਲ ਸ਼ਾਇਦ ਨਹੀਂ ਹੈਗਾ ਆਨਸਰ, ਐਵੇਂ ਦੀ ਗੱਲ ਨਹੀਂ ਆ। ਹੋ ਸਕਦਾ ਕਈ ਵਾਰੀ ਕੋਈ ਐਸਾ ਕੁਐਸਚਨ ਵੀ ਹੁੰਦਾ ਆ ਜਿਹੜਾ ਤੁਹਾਨੂੰ ਪਤਾ ਕਿ ਪੰਥ ਦੇ ਵਿੱਚ ਇੱਕ ਦੁਵਿਧਾ ਵਾਂਗੂ ਉੱਭਰਿਆ ਹੋਇਆ ਆ, ਅਤੇ ਉਹਨੂੰ ਸੋਲਵ ਕਰਨ ਲਈ ਤੁਸੀਂ ਇੱਕ ਲਿਖ ਕੇ ਉਹਦੇ ਤੋਂ ਸਾਨੂੰ ਬੜਾ ਕੁਝ ਅੱਗੇ ਸਮਝਣ ਨੂੰ ਮਿਲਦਾ ਆ। ਕਿਉਂਕਿ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਕਿੰਨਾ ਸਮਝ ਆ ਰਹੀ ਆ, ਸਿੱਖ ਰਹੇ ਆ ਜਾਂ ਨਹੀਂ ਸਿੱਖ ਰਹੇ, ਪਰ ਮੈਂ ਬਹੁਤ ਕੁਝ ਸਿੱਖ ਰਹੀ ਹਾਂ। ਅਤੇ ਆਪਾਂ ਉਸੇ ਇੱਕ ਲਾਈਨ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਸਵਾਲ ਜਵਾਬ ਜਿਹੜੇ ਆ ਉਹ ਤੁਹਾਡੇ ਸਵਾਲ ਮੈਨੂੰ ਬਹੁਤ
ਹੈਲਪਫੁਲ ਹੁੰਦੇ। ਆਪਾਂ ਹੁਣ ਤੋਂ ਹੀ ਸ਼ੁਰੂ ਕਰ ਲਈਏ। ਜਿਹੜਾ ਵੀ ਤੁਹਾਡਾ ਕੁਐਸਚਨ ਹੋਵੇ, ਤੁਹਾਡਾ ਹੋਵੇ, ਤੁਹਾਡੇ ਬੱਚੇ ਦਾ ਹੋਵੇ, ਯੰਗ ਤੁਹਾਡੇ ਬੱਚੇ, ਚਾਹੇ ਜਿਹੜਾ ਮਰਜ਼ੀ ਕੁਐਸਚਨ ਹੋਵੇ, ਕਿਉਂਕਿ ਮੇਰੇ ਕੋਲ ਤੁਸੀਂ ਕਿਸੇ ਤਰ੍ਹਾਂ ਦੀ ਵੀ ਗੱਲ ਕਰ ਸਕਦੇ ਹੋ। ਯੂ ਕੈਨ ਟਾਕ ਅਬਾਊਟ ਡਿਪਰੈਸ਼ਨ, ਯੂ ਕੈਨ ਟਾਕ ਅਬਾਊਟ ਸਟਰੈਸ, ਯੂ ਕੈਨ ਟਾਕ ਅਬਾਊਟ ਗੋਡ। ਜਿਸ ਚੀਜ਼ ਬਾਰੇ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਆ, ਵੀ ਕੈਨ ਟਾਕ ਅਬਾਊਟ ਇਟ। ਤੁਹਾਡੇ ਬੱਚੇ ਅਗਰ ਗੱਲ ਕਰਨਾ ਚਾਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਤਾਂ ਸਾਨੂੰ ਇਕੱਠਿਆਂ ਹੋਣਾ ਪੈਣਾ ਹੈ ਨਾ। ਉਹ ਹਲਾ ਕਰਕੇ ਤੇ ਆਪਣੇ ਕਿਸੇ ਕੰਮ ਦਾ ਵੀ ਜਿਹੜਾ ਕੋਈ ਹੱਲ ਨਿਕਲਣਾ ਨਹੀਂ, ਕਿਉਂਕਿ ਦੁਨੀਆ ਦੇ ਵਿੱਚ ਕਦੀ ਵੀ ਦੋ ਵਿਚਾਰਧਾਰਾਵਾਂ ਸੇਮ ਨਹੀਂ ਹੁੰਦੀਆਂ। ਮੇਰੀ ਆਈਡੀਓਲੋਜੀ ਡਿਫਰੈਂਟ ਹੋਊਗੀ, ਤੁਹਾਡੀ ਆਈਡੀਓਲੋਜੀ ਡਿਫਰੈਂਟ ਹੋਊਗੀ, ਪਰ ਸਿੱਖੀ ਸਾਨੂੰ ਇੱਕ ਸਟਰਿੰਗ ਦੇ ਵਿੱਚ ਬੰਨ੍ਹ ਕੇ ਬੈਠੀ ਹੋਈ ਆ। ਔਰ ਸਿੱਖੀ ਨੂੰ ਸਮਝਣ ਲਈ ਸਾਨੂੰ ਸਵਾਲ ਜਵਾਬ ਕਰਨੇ ਪੈਣਗੇ। ਉਹ ਸਵਾਲ ਜਵਾਬ ਜੋ ਅਜੇ ਤੱਕ ਨਹੀਂ ਹੋਏ, ਜੋ ਸਾਡੇ ਪ੍ਰਚਾਰਕਾਂ ਨੂੰ ਬਹੁਤ ਪਹਿਲਾਂ ਕਰ ਦੇਣੇ ਚਾਹੀਦੇ ਸੀਗੇ, ਪਰ ਉਹ ਨਹੀਂ ਹੋਏ। ਆਈ ਵਾਂਟ ਕਿ ਆਪਾਂ ਉਹ ਚੀਜ਼ ਅੱਗੇ ਵਧਾਈਏ। ਸੋ ਇੱਕ ਆਸ ਹੈ ਮੈਨੂੰ ਕਿ ਸਾਨੂੰ info@akalchannel.tv ਦੇ ਉੱਪਰ ਤੁਸੀਂ ਆਪਣੇ ਕੁਐਸਚਨਸ ਲਿਖ ਕੇ ਭੇਜੋਗੇ। ਯੂਕੇ ਦੀ ਸੰਗਤ ਸਪੈਸੀਫਿਕਲੀ, ਕਿਉਂਕਿ ਯੂਕੇ ਦੀ ਸੰਗਤ ਮੇਰੀ ਬੜੀ ਸਾਰੀ ਇੱਥੇ ਮੇਰੀ ਰੀਚ ਦੇ ਵਿੱਚ ਹੈਗੀ ਆ। ਅਤੇ ਮੰਨ ਲਓ ਕਿ ਕੋਈ ਤੁਹਾਡਾ ਕੁਐਸਚਨ ਐਸਾ ਆ, ਤਾਂ ਅੱਗੇ ਤੋਂ ਮੈਂ ਸ਼ਾਇਦ ਇਹ ਵੀ ਕਰਾਂ, ਇਹ ਵੀ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਹੈਗੀ ਆ ਕਿ ਜੇ ਕੋਈ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਸਟੂਡੀਓ 'ਤੇ ਵੀ ਬੁਲਾ ਸਕਦੇ ਹਾਂ। ਔਰ ਸਟੂਡੀਓ 'ਤੇ ਬੁਲਾ ਕੇ ਬਾਕਾਇਦਾ ਉਹ ਮੇਰੇ ਨਾਲ ਖੜ੍ਹੇ ਹੋਣ, ਆਪਣੇ ਕੁਐਸਚਨਸ ਲਿਖ ਕੇ ਲੈ ਕੇ ਆਉਣ, ਜਾਂ ਨਹੀਂ ਵੀ ਲਿਖ ਕੇ ਲੈ ਕੇ ਆਉਣਾ ਚਾਹੁੰਦੇ, ਉਹਨਾਂ ਦੀ ਮਰਜ਼ੀ ਆ, ਪਰ ਉਹ ਮੇਰੇ ਨਾਲ ਖੜ੍ਹੇ ਹੋ ਕੇ ਇੱਥੇ ਸਾਰਿਆਂ ਦੇ ਸਾਹਮਣੇ ਮੇਰੇ ਕੋਲੋਂ ਕੁਐਸਚਨ ਪੁੱਛਣ, ਐਂਡ ਆਈਲ ਟਰਾਈ ਟੂ ਗਿਵ ਦੀ ਆਨਸਰਸ। ਆਪਾਂ ਯੂਥ ਨੂੰ ਇੱਕ ਸਹੀ ਦਿਸ਼ਾ ਦੇਣ ਵੱਲ ਅੱਗੇ ਵਧੀਏ। ਸੋ ਜ਼ਰੂਰ ਸਾਨੂੰ ਆਪਣੇ ਜਿਹੜੇ ਸਵਾਲ ਆ ਉਹ ਲਿਖ ਕੇ ਪਾਇਆ ਕਰੋ। ਹੁਣ ਗੱਲ ਆਉਂਦੀ ਹੈ ਜਿਹੜੇ ਸਵਾਲ ਸਾਡੇ ਕੋਲ ਆਏ ਆ ਉਹਨਾਂ ਦੀ ਗੱਲ ਕਰਦੇ ਹਾਂ ਆਪਾਂ। ਯੂਕੇ ਜਾਂ ਪਤਾ ਨਹੀਂ, ਐਨੀਵੇਜ਼ ਯੂਕੇ ਜਾਂ ਫੋਰਨ ਦੀ ਸ਼ਾਇਦ ਸੰਗਤ ਨੇ ਨਹੀਂ ਨਾ ਸਮਝਿਆ ਹੋਊਗਾ ਕਿ ਸਾਨੂੰ ਕੋਈ ਸਵਾਲ ਹੀ ਨਹੀਂ ਹੈਗਾ। ਅਤੇ ਐਨੀਵੇਜ਼ ਪਰ ਜਿਨ੍ਹਾਂ ਨੇ ਸਾਨੂੰ ਸਵਾਲ ਪਾਏ ਆ, ਮੈਂ ਉਹਨਾਂ ਦੇ ਜਵਾਬ ਦੇਣਾ ਚਾਹ ਰਹੀ ਹਾਂ। ਆਪਣੇ ਮਤ ਦੇ ਮੁਤਾਬਕ ਮੈਂ ਉਹ ਸਵਾਲਾਂ ਦੇ ਜਵਾਬ ਦਊਂਗੀ, ਔਰ ਮੈਂ ਬਾਕਾਇਦਾ ਜਿਹੜੀ ਉਹਨਾਂ ਦੀ ਕੁਛ ਟਿੱਪਣੀਆਂ ਵੀ ਹੈ, ਕੁਛ ਕਮੈਂਟਸ ਵੀ ਹੈ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਮੈਂ ਕੋਸ਼ਿਸ਼ ਕਰੂੰਗੀ। ਸਾਡੇ ਕੋਲ ਜਿਹੜਾ ਭਾਗ ਦੂਸਰਾ ਜਿਹੜੀ ਯੂਟਿਊਬ ਵੀਡੀਓ ਅਸੀਂ ਸ਼ੇਅਰ ਕੀਤੀ ਸੀ, ਉਹਦੇ ਵਿੱਚ ਇੱਕ ਸਤਵੰਤ ਕੌਰ ਹੈਗੇ ਨੇ ਕੋਈ ਭੈਣ ਜੀ, ਉਹਨਾਂ ਦਾ ਸਾਨੂੰ ਇੱਕ ਕਮੈਂਟ ਆਇਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਔਰ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਜਵਾਬ ਵੀ ਦਊਂਗੀ। ਉਹਨਾਂ ਲਿਖਿਆ ਕਿ ਸ਼ਹਿਰਾਂ ਵਿੱਚ ਰਹਿ ਕੇ ਭਾਸ਼ਣ ਦੇਣ ਦੀ ਕਲਾ ਆ ਜਾਂਦੀ ਆ, ਪਰ ਜਿਹੜੇ ਪਿੰਡਾਂ ਦੇ ਵਿੱਚ ਦਲਿਤਾਂ ਦੇ ਬੱਚੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਆ। ਔਰ ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਜਿਹੜੀ ਹੀਣ ਭਾਵਨਾ ਆ ਉਹ ਸ਼ੁਰੂ ਹੁੰਦੀ ਹੈ ਸਕੂਲਾਂ ਦੇ ਵਿੱਚੋਂ। ਉਹਨਾਂ ਦੇ ਪਹਿਰਾਵਾ, ਉਹਨਾਂ ਦੀ ਬੋਲੀ, ਉਹਨਾਂ ਦੀਆਂ ਗੇਮਸ ਸਾਰੀਆਂ ਡਿਫਰੈਂਟ ਹੁੰਦੀਆਂ ਆ। ਹੁਣ ਇੰਨੀ ਕੁ ਗੱਲ ਦਾ ਪਹਿਲਾਂ ਮੈਂ ਜਵਾਬ ਦੇ ਲਾਂ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਸਤਵੰਤ ਕੌਰ ਜੀ। ਪਹਿਲੀ ਗੱਲ ਤਾਂ ਇਹ ਕਿ ਮੈਂ ਕੋਈ ਭਾਸ਼ਣ ਦੇਣ ਦੀ ਕਲਾ ਮੈਨੂੰ ਨਹੀਂ ਆਉਂਦੀ। ਮੈਂ ਜੋ ਵੀ ਸਿੱਖਿਆ ਆ ਸਾਡੇ ਜਿੰਨਾ ਕੁ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਕਿਉਂਕਿ ਮੇਰੇ ਅੱਲੇ ਪੱਲੇ ਇੰਨਾ ਕੁਛ ਨਹੀਂ ਹੈ। ਅੱਗੇ ਆ ਜਾਈਏ ਕਿ ਜਿਹੜੀ ਹੀਣ ਭਾਵਨਾ ਆ, ਮੈਂ ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਵਿੱਚ ਪੜ੍ਹਾਇਆ ਆ। ਉਸ ਤੋਂ ਪਹਿਲਾਂ ਮੈਂ ਆਰ ਬਾਵਾ DAV ਕਾਲਜ ਬਟਾਲਾ ਪੜ੍ਹਾਉਂਦੀ ਰਹੀ ਹਾਂ। ਤਾਂ ਮੈਂ ਉੱਥੇ ਆਪਣੇ ਸਟੂਡੈਂਟਸ ਨੂੰ, ਜਿਹੜੇ ਮੇਰੀਆਂ, ਕਿਉਂਕਿ ਬੱਚੀਆਂ ਹੀ ਮੇਰੇ ਸਟੂਡੈਂਟਸ ਹੁੰਦੇ ਸੀ ਹਮੇਸ਼ਾ, ਕਿਉਂਕਿ ਦੋਵੇਂ ਗਰਲਸ ਕਾਲਜਿਸ ਸੀਗੇ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਹਮੇਸ਼ਾ ਫਸਟ ਡੇ ਮੈਂ ਜਾ ਕੇ ਇਹ ਪੁੱਛਦੀ ਹੁੰਦੀ ਸੀਗੀ ਕਿ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਅਤੇ ਨਾਲ ਇਹ ਦੱਸੋ ਕਿ ਵਾਟ ਇਜ਼ ਦੀ ਪ੍ਰੋਫੈਸ਼ਨ ਆਫ ਯੋਰ ਫਾਦਰ, ਤੁਹਾਡੇ ਪਿਤਾ ਦਾ ਪ੍ਰੋਫੈਸ਼ਨ ਕੀ ਆ। ਕੁਝ ਬੱਚੇ ਜਿਹੜੇ ਉਹ ਬੜੇ ਹਿਚਕਦੇ ਹੁੰਦੇ ਸੀਗੇ, ਕਿਉਂਕਿ ਆਰ ਬਾਵਾ DAV ਕਾਲਜ ਬਕਾਇਦਾ ਉੱਥੇ ਸਾਰਾ ਰੂਰਲ ਬੈਕਗਰਾਊਂਡ ਦਾ ਬੱਚਾ ਆਉਂਦਾ। ਖਾਲਸਾ ਕਾਲਜ ਫॉर ਵੂਮਨ ਦੇ ਵਿੱਚ ਵੀ ਰੂਰਲ ਬੈਕਗਰਾਊਂਡ ਦਾ ਤਕਰੀਬਨ ਜ਼ਿਆਦਾ ਬੱਚਾ ਆਉਂਦਾ, ਤਾਂ ਉਹ ਥੋੜ੍ਹੇ ਹਿਚਕਦੇ ਹੁੰਦੇ ਸੀਗੇ ਬੱਚੇ। ਅਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ ਕਿ ਤੁਹਾਨੂੰ ਹਿਚਕ ਕਾਹਦੀ ਆ, ਤਾਂ ਫਿਰ ਉਹ ਚੁੱਪ ਜਿਹੇ ਕਰਕੇ ਬੈਠ ਜਾਂਦੇ ਸੀ। ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਹੀਣ ਭਾਵਨਾ ਉੱਥੋਂ ਹੀ ਆਉਂਦੀ, ਉਹਨਾਂ ਦੇ ਸਕੂਲਾਂ ਦੇ ਵਿੱਚੋਂ ਹੀ ਆਉਂਦੀ ਆ। ਹੁਣ ਸਾਡਾ ਐਜ਼ ਅ ਟੀਚਰਸ ਫਰਜ਼ ਕੀ ਬਣਦਾ ਆ ਕਿ ਸਾਨੂੰ ਉਹਨਾਂ ਬੱਚਿਆਂ ਨੂੰ ਇਹ ਸਮਝਾਉਣਾ ਹੈ ਕਿ ਬੇਟਾ ਜੀ, ਕਿੱਤਾ ਕੋਈ ਵੀ ਮਾੜਾ ਨਹੀਂ। ਜਦੋਂ ਤੱਕ ਤੁਸੀਂ ਆਪਣੇ ਹੱਥੀਂ ਕਮਾਈ ਕਰਕੇ ਰੋਟੀ ਖਾ ਰਹੇ ਹੋ, ਤੁਹਾਡੇ ਫਾਦਰ ਜੇ ਆਪਣੇ ਹੱਥੀਂ ਕਮਾਈ ਕਰਕੇ ਤੁਹਾਨੂੰ, ਚਾਹੇ ਉਹ ਜੋ ਵੀ ਕੰਮ ਕਰਦੇ ਪਏ ਆ, ਜੇ ਉਹ ਆਪਣੇ ਹੱਥੀਂ ਮਿਹਨਤ ਕਰ ਰਹੇ ਆ, ਚੋਰੀ ਚਕਾਰੀ, ਠੱਗੀ, ਲੁੱਟਾਂ ਖੋਹਾਂ ਨਹੀਂ ਮਾਰ ਰਹੇ ਨਾ, ਅਤੇ ਉਹ ਤੁਹਾਡੇ ਪਿਤਾ ਦੇ ਹੱਥ ਤੁਹਾਡੇ ਲਈ ਸੋਨੇ ਦੇ ਆ। ਉਹਨਾਂ ਹੱਥਾਂ ਦੇ ਵਿੱਚੋਂ ਜੋ ਤੁਹਾਡਾ ਜਿਹੜਾ ਜੋ ਫਿਊਚਰ ਉਹ ਸ਼ੇਪ ਕਰ ਰਹੇ ਆ ਨਾ, ਜਿੰਨੀ ਮਿਹਨਤ ਦੇ ਨਾਲ, ਅਤੇ ਉਸ ਤੋਂ ਵਧੀਆ ਗੱਲ ਹੋਰ ਕੋਈ ਨਹੀਂ ਹੋ ਸਕਦੀ।
ਸਾਨੂੰ ਇਹ ਜਿਹੜਾ ਉਹਨਾਂ ਦੇ ਵਿੱਚ ਬਕਾਇਦਾ ਹੀਣ ਭਾਵਨਾ ਹੁੰਦੀ ਆ, ਪਰ ਸਾਨੂੰ ਉਹਨਾਂ ਦੇ ਵਿੱਚ ਇਹ ਜਜ਼ਬਾ ਪਾਉਣਾ ਪੈਣਾ ਆ। ਹੁਣ ਇਹ ਜਜ਼ਬਾ ਪਊਗਾ ਕਿੱਦਾਂ? ਇਹ ਜਜ਼ਬਾ ਪਊਗਾ ਗੁਰੂ ਨਾਨਕ ਦੀ ਸਿੱਖੀ ਦੇ ਲੜ ਲੱਗ ਕੇ, ਕਿਉਂਕਿ ਗੁਰੂ ਨਾਨਕ ਦੀ ਸਿੱਖੀ ਦੇ ਲੜ ਲੱਗ ਕੇ ਉਹਨਾਂ ਨੂੰ ਸਮਝ ਆਊਗੀ ਕਿ 17 ਸਾਲਾਂ ਦਾ ਜਿਹੜਾ ਇੱਕ ਜਿਹਨੂੰ ਜਗਤ ਗੁਰੂ ਬਾਬਾ ਨਾਨਕ ਕਹਿੰਦੇ ਆ, ਉਹ ਵੀ ਜਾ ਕੇ ਤੇ ਫਿਰ ਆਪਣੇ ਹਲ ਵਾਹੁਣਾ ਸ਼ੁਰੂ ਕਰ ਦਿੰਦਾ। ਨਹੀਂ ਤੇ ਉਹਨਾਂ ਦੇ ਤੇ ਫੋਲੋਅਰਸ ਵੀ ਸੀਗੇ, ਉਹ ਵੀ ਕਹਿ ਸਕਦੇ ਸੀ, ਕਿਸੇ ਸਾਧ ਵਾਂਗੂ ਆਪਣਾ ਡੇਰਾ ਬਣਾ ਕੇ ਕਹਿ ਸਕਦੇ ਸੀ ਕਿ ਮੈਨੂੰ ਚੜਾਵਾ ਚੜਾਈ ਚੱਲੋ। ਉਹ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੁਛ ਨਾ ਮਿਲਦਾ? ਪਰ ਉਹਨਾਂ ਨੇ ਕਿਰਤ ਨਹੀਂ ਛੱਡੀ, ਉਹਨਾਂ ਨੇ ਹਰ ਇੱਕ ਤਰੀਕੇ ਦੇ ਨਾਲ ਆਪਣੀ ਲਾਈਫ ਨੂੰ ਤੁਹਾਨੂੰ ਜੀ ਕੇ ਦੱਸਿਆ ਆ। ਮੋਦੀਖਾਨੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਆ, ਉਹਨਾਂ ਨੇ ਨਹੀਂ ਕਿਹਾ ਕਿ ਮੈਂ ਇਹ ਕੰਮ ਨਹੀਂ ਕਰਨਾ। ਫਿਰ ਉੱਥੋਂ ਜੇ ਉਹ ਜਾਂਦੇ ਵੀ ਆ, ਉਸ ਤੋਂ ਬਾਅਦ ਉਹਨਾਂ ਨੇ ਕਿਸਾਨੀ ਵੀ ਕਰਕੇ ਦੱਸੀ ਆ, ਹਲ ਵੀ ਵਾਹ ਕੇ ਦੱਸਿਆ ਆ। ਸਾਡੇ ਕੋਲ ਬਕਾਇਦਾ ਸਾਡੀਆਂ ਆਪਣੀਆਂ ਜਿਹੜੀਆਂ ਵਿਰਸੇ ਦੀਆਂ ਚੀਜ਼ਾਂ ਨਾ, ਜਿਹੜਾ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਐਡਾ ਵੱਡਾ ਸਮੁੰਦਰ ਆ ਕਿ ਜੇ ਅਸੀਂ ਸਿਰਫ ਉਹਨਾਂ ਦੀ ਉਹ ਸਮੁੰਦਰ ਦੇ ਕੰਢੇ 'ਤੇ ਪਈਆਂ ਸਿੱਪੀਆਂ ਵੇਖ ਵੀ ਲਈਏ ਨਾ, ਇਕੱਠੀਆਂ ਨਾ ਕਰੀਏ, ਵੇਖ ਵੀ ਲਈਏ, ਤੇ ਸਾਡਾ ਜੀਵਨ ਸੋਨੇ ਦਾ ਹੋ ਜਾਊਗਾ। ਅਸੀਂ ਆਪਣੇ ਬੱਚਿਆਂ ਨੂੰ ਉਹ ਮੱਤ ਦਿੰਦੇ ਹੀ ਨਹੀਂ। ਅਸੀਂ ਉਹਨਾਂ ਨੂੰ ਇਹੀ ਸਿਖਾਉਂਦੇ ਰਹਿੰਦੇ ਹਾਂ ਕਿ ਵੇਖੋ ਜੀ ਫਲਾਣਾ ਜਿਹੜਾ ਆ ਉਹ ਬਹੁਤ ਵੱਡਾ ਆ, ਉਹ ਲੀਡਰ ਆ। ਜਿਹੜਾ ਲੀਡਰ ਮੇਰੇ ਲਈ, ਔਰ ਇਹ ਗੱਲ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੀ ਹਾਂ, ਮੇਰੇ ਲਈ ਰਿਕਸ਼ੇ ਵਾਲਾ ਜਿਹੜਾ ਸਾਰਾ ਦਿਨ ਰਿਕਸ਼ਾ ਚਲਾ ਕੇ ਆਪਣੇ ਬੱਚਿਆਂ ਨੂੰ 2 ਵਕਤ ਦੀ ਰੋਟੀ ਦਿੰਦਾ ਹੈ ਨਾ, ਉਹ ਜ਼ਿਆਦਾ ਰਿਸਪੈਕਟਫੁਲ ਹੈ। ਮੈਂ ਉਹਦੇ ਲਈ ਕੁਰਸੀ ਛੱਡ ਸਕਦੀ ਹਾਂ। ਉਹਨਾਂ ਨੇਤਾਵਾਂ ਵਾਸਤੇ ਕੁਰਸੀ ਮੇਰੇ ਕੋਲ ਹੈ ਨਹੀਂ, ਜਾਂ ਮੈਂ ਛੱਡ ਨਹੀਂ ਸਕਦੀ ਜਿਹੜੇ ਜਾ ਕੇ ਤੇ ਘਪਲੇ ਮਾਰ ਕੇ ਔਰ ਲੋਕਾਂ ਦੇ ਖੂਨ ਪੀਂਦੇ ਆ। ਕਿਉਂਕਿ ਮੇਰਾ ਗੁਰੂ ਨਾਨਕ ਜਿਹੜਾ ਹੈ, ਮੇਰੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿੰਦਾ ਆ। ਇਸ ਕਰਕੇ ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ। ਇਹੀ ਗੱਲ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣੀ ਆ। ਉਹਨਾਂ ਦੇ ਵਿੱਚੋਂ ਭਾਵਨਾਹੀਨ ਭਾਵਨਾ ਉਦੋਂ ਨਿਕਲੂਗੀ। ਤੁਸੀਂ ਉਹਨਾਂ ਨੂੰ ਦੱਸੋ ਕਿ ਕਿਰਤ ਕਰਨ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿੱਡੀ ਵੱਡੀ ਗੱਲ ਮੰਨਿਆ ਆ। ਗੁਰੂ ਨਾਨਕ ਦੇ ਘਰ ਦੇ ਵਿੱਚ ਜਦੋਂ ਉਹ ਬੈਠਣਗੇ ਨਾ, ਤਾਂ ਫਿਰ ਉਹਨਾਂ ਨੂੰ ਹੀਣ ਭਾਵਨਾ ਨਹੀਂ ਹੋ ਸਕਦੀ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਆ ਉਹ ਭਾਈ ਲਾਲੋ ਦੀ ਹੀ ਰੋਟੀ ਖਾਧੀ ਜਾਊਗੀ। ਠੀਕ ਹੈ ਜੀ। ਉਸ ਤੋਂ ਅੱਗੇ ਸਤਵੰਤ ਕੌਰ ਭੈਣ ਜੀ ਕਹਿੰਦੇ ਨੇ ਕਿ ਜਿਹੜੇ ਅਮੀਰ ਘਰਾਂ ਦੇ ਵਿੱਚ ਲੇਬਰ ਕਰਦੇ ਨੇ, ਉਹ ਗੁਰਦੁਆਰੇ ਜਾ ਕੇ ਇਕੱਠੇ ਕਿਵੇਂ ਬੈਠ ਸਕਦੇ ਆ? ਹੁਣ ਇਹ ਮੈਨੂੰ ਨਹੀਂ ਪਤਾ ਕਿ ਇਹ ਫਲਸਫਾ ਕਿੱਥੋਂ ਆਉਂਦਾ ਆ, ਮੈਨੂੰ ਸੱਚੀ ਨਹੀਂ ਪਤਾ ਇਹ ਗੱਲ ਕਿੱਥੋਂ ਆਉਂਦੀ ਆ। ਗੁਰਦੁਆਰੇ ਦੇ ਵਿੱਚ ਤੁਸੀਂ ਆਪਣੇ ਗੁਰੂ ਦੇ ਬੱਚੇ ਹੋ, ਔਰ ਗੁਰੂ ਦੇ ਬੱਚੇ ਇੱਕੋ ਜਿਹੇ ਹੁੰਦੇ ਆ। ਉੱਥੇ ਕੋਈ ਲੇਬਰ ਨਹੀਂ, ਉੱਥੇ ਕੋਈ ਕੁਛ ਨਹੀਂ। ਤੁਸੀਂ ਦਰਬਾਰ ਸਾਹਿਬ ਜਾਂਦੇ ਆ, ਜਦੋਂ ਉੱਥੇ ਦਰਬਾਰ ਸਾਹਿਬ ਆਪਾਂ ਜਾ ਕੇ ਤੇ ਜੋੜਾ ਘਰ ਦੇ ਵਿੱਚ ਆਪਣੇ ਜੋੜੇ ਜਮ੍ਹਾਂ ਕਰਾ ਕੇ ਅੰਦਰ ਚਲ ਜਾਂਦੇ ਆ, ਜਦੋਂ ਆਪਾਂ ਬਾਹਰ ਆਈਦਾ ਤੇ ਉਹ ਜੋੜੇ ਜਿਹੜੇ ਸਾਡੇ ਪੋਲਿਸ਼ ਹੋਏ ਹੁੰਦੇ ਆ। ਹੁਣ ਉਹ ਪੋਲਿਸ਼ ਕੌਣ ਕਰ ਰਿਹਾ ਸਾਨੂੰ ਨਹੀਂ ਪਤਾ। ਉਹਨਾਂ ਵਿੱਚ ਕੋਈ ਜੱਜ ਵੀ ਹੋ ਸਕਦਾ, ਕਈ ਬੜੇ ਉੱਚੇ ਅਧਿਕਾਰੀ ਵੀ ਹੋ ਸਕਦੇ ਆ। ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਭਾਸ਼ਣ ਦੀ ਕਲਾ ਆ ਗਈ ਹੈ, ਤਾਂ ਕਈ ਵਾਰੀ ਮੈਂ ਆਪ ਗਈ ਹਾਂ ਉੱਥੇ, ਹੈ ਨਾ। ਬਹੁਤ ਸਮਾਂ ਜਿਹੜਾ ਆ ਉਹ ਮੇਰੇ ਮਦਰ ਵੀ ਜਾਂਦੇ ਰਹੇ ਆ। ਸੋ ਹਰ ਇੱਕ ਬੰਦਾ ਉੱਥੇ ਜਾ ਕੇ ਜੋੜੇ ਝਾੜਨ ਦੀ ਸੇਵਾ ਕਰਦਾ ਹੈ, ਔਰ ਜੋੜਾ ਕਿਹਦਾ ਆ ਇਹ ਵੀ ਪਤਾ ਨਹੀਂ। ਸ਼ਾਇਦ ਉਹ ਜਿਹੜੀ ਸਾਡੇ ਘਰ ਕੋਈ ਕੰਮ ਕਰਦੇ ਆ ਉਹੀ ਹੋਣ, ਉਹਨਾਂ ਦਾ ਹੀ ਜੋੜਾ ਹੋਵੇ, ਪਰ ਉਹ ਜੋੜਾ ਵੀ ਮੈਨੂੰ ਮੱਥੇ ਨਾਲ ਲਾ ਕੇ ਝਾੜਨਾ ਆ, ਕਿਉਂਕਿ ਉਸ ਟਾਈਮ 'ਤੇ ਉਹ ਮੇਰੇ ਗੁਰੂ ਦੇ ਬੱਚੇ ਆ। ਇਹਨਾਂ ਗੱਲਾਂ ਨੂੰ ਸਾਨੂੰ ਆਪ ਸਮਝਣਾ ਪੈਣਾ ਆ। ਮੈਂ ਬਿਲਕੁਲ ਇਸ ਗੱਲ ਦੇ ਨਾਲ ਤੁਹਾਡੀ ਹਾਮੀ ਭਰਦੀ ਹਾਂ, ਮੈਂ ਮੰਨਦੀ ਹਾਂ ਇਸ ਗੱਲ ਨੂੰ ਬਿਲਕੁਲ ਕਿ ਸਾਡੇ ਬੱਚਿਆਂ ਦੇ ਵਿੱਚ ਹੀਣ ਭਾਵਨਾ ਆ ਜਾਂਦੀ ਆ, ਪਰ ਇਸ ਹੀਣ ਭਾਵਨਾ ਨੂੰ ਕੱਢਣ ਦਾ ਇੱਕੋ ਇੱਕ ਜ਼ਰੀਆ ਹੈ। ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਦਲਿਤ, ਸ਼ੂਦਰ ਇਹੋ ਜਿਹੇ ਅੱਖਰਾਂ ਦੇ ਨਾਲ ਆਪਣੇ ਆਪ ਦਾ ਕਰਦੇ ਰਹੋਗੇ ਨਾ ਇਕੁਏਸ਼ਨਸ, ਉਦੋਂ ਤੱਕ ਹੀਣ ਭਾਵਨਾ ਰਹਿਣੀ ਆ। ਹੀਣ ਭਾਵਨਾ ਜਦ ਨਿਕਲੂਗੀ ਉਦੋਂ ਜਦੋਂ ਤੁਸੀਂ ਕਹੋਗੇ ਕਿ ਅਸੀਂ ਗੁਰੂ ਨਾਨਕ ਦੇ ਬੱਚੇ ਹਾਂ। ਗੁਰੂ ਨਾਨਕ ਦਾ ਬੱਚਾ ਹਮੇਸ਼ਾ ਸਭ ਤੋਂ ਉੱਚਾ ਰਹੂਗਾ। ਉਹ ਕਿਸੇ ਦੇ ਹੀਣ ਭਾਵਨਾ ਉਹਦੇ ਵਿੱਚ ਨਹੀਂ ਆ ਸਕਦੀ, ਕਿਉਂਕਿ ਉਹ ਗੁਰੂ ਨਾਨਕ ਦਾ ਬੱਚਾ ਹੈ, ਉਹ ਗੁਰੂ ਨਾਨਕ ਦਾ ਪੈਰੋਕਾਰ ਆ। ਫਿਰ ਜਿਹੜੀ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਹੋਰ ਲਿਖੀ ਆ, ਉਹ ਮੈਨੂੰ ਠੀਕ ਵੀ ਲੱਗੀ, ਔਰ ਮੈਨੂੰ ਲੱਗਾ ਕਿ ਮੈਨੂੰ ਉਹਦਾ ਜਵਾਬ ਵੀ ਦੇਣਾ ਚਾਹੀਦਾ ਆ। ਉਹਨਾਂ ਨੇ ਲਿਖਿਆ ਕਿ ਜਿਹੜੇ ਪ੍ਰਚਾਰਕ ਹੈਗੇ ਆ ਸਾਡੇ, ਜਾਂ ਜਿਹੜੇ ਪਾਠੀ ਸਿੰਘ ਨੇ, ਉਹ ਪਿੰਡਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ, ਅਤੇ ਇਸ ਕਰਕੇ ਜਿਹੜੇ ਦਲਿਤ ਆਪਣੇ ਆਪ ਨੂੰ ਆਪੇ ਹੀ ਲਿਖਦੇ ਆ, ਮੈਂ ਨਹੀਂ ਬੋਲਦੀ ਇਹ ਵਰਡ, ਜਿਹੜੇ ਦਲਿਤਾਂ ਦੇ ਬੱਚੇ ਆ ਉਹਨਾਂ ਨੂੰ ਸਸਤੇ ਪ੍ਰਚਾਰਕਾਂ ਵੱਲ, ਯਾਨੀ ਕਿ ਡੇਰਿਆਂ ਵੱਲ ਜਾਣਾ ਪੈਂਦਾ ਆ। ਜਿੱਥੇ ਵੀ ਉਹਨਾਂ ਨੂੰ ਸਸਤਾ ਪ੍ਰਚਾਰ ਮਿਲਦਾ ਆ ਉੱਧਰ ਜਾਂਦੇ ਆ, ਅਤੇ ਉੱਥੋਂ ਜੋ ਵੀ ਲੈ ਕੇ ਆ ਜਾਂਦੇ ਆ, ਯਾਨੀ ਕਿ ਡੇਰੇ। ਭੈਣ ਜੀ ਮੈਂ ਤੁਹਾਨੂੰ ਨਹੀਂ ਜਾਣਦੀ, ਪਰ ਇੱਕ ਗੱਲ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਹਾਂ, ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰੇ, ਜਦੋਂ ਵੀ ਤੁਸੀਂ ਹੁਣ ਇੱਕ YouTube ਦੇ ਉੱਤੇ ਤੁਸੀਂ ਇੱਕ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਪਾਇਆ, ਉਹ ਕਮੈਂਟ ਮੇਰੇ ਲਈ ਬਹੁਤ ਇੰਪੋਰਟੈਂਟ ਸੀ, ਇਸ ਕਰਕੇ ਮੈਂ ਜਵਾਬ ਦੇ ਰਹੀ ਹਾਂ। ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਆ
ਕਿ ਤੁਹਾਨੂੰ ਕਦੀ ਵੀ ਲੱਗੇ ਕਿ ਸਾਡੇ ਬੱਚਿਆਂ ਨੂੰ ਸਹੀ ਪ੍ਰਚਾਰ ਨਹੀਂ ਮਿਲ ਰਿਹਾ, ਸਸਤੇ ਪ੍ਰਚਾਰ ਵੱਲ ਜਾਣਾ ਪੈ ਰਿਹਾ, ਔਰ ਤੁਹਾਨੂੰ ਲੱਗੇ ਕਿ ਮੈਂ ਕਿਸੇ ਕਾਬਲ ਹੈਗੀ ਹਾਂ, ਸਿਰਫ ਮੈਨੂੰ ਇੱਕ ਮੈਸੇਜ ਛੱਡ ਦਿਓ ਜੇ info@akalchannel.tv ਦੇ ਉੱਤੇ। ਸਿਰਫ ਮੈਨੂੰ ਇੱਕ ਈਮੇਲ ਛੱਡ ਦਿਓ ਕਿ ਸਾਨੂੰ ਤੁਹਾਡੀ ਲੋੜ ਆ। ਮੈਂ ਜੇ ਇੰਡੀਆ ਦੇ ਵਿੱਚ ਹੋਈ ਅਤੇ ਫਿਜ਼ੀਕਲੀ ਚਾਹੇ ਮੈਨੂੰ ਤੁਹਾਡੇ ਪਿੰਡ 'ਚ ਆ ਕੇ ਰਹਿਣਾ ਪਵੇ, ਮੈਂ ਉੱਥੇ ਆ ਕੇ ਕੰਮ ਕਰੂੰਗੀ। ਅਤੇ ਜੇ ਮੈਂ ਇੱਥੇ ਹੋਈ ਅਤੇ ਚਾਹੇ ਮੈਨੂੰ ਕਿਸੇ ਵੀ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਮੈਨੂੰ ਵੀਡੀਓ ਕਾਨਫਰੰਸਿੰਗ ਕਰਨੀ ਪਵੇ, ਇੱਕ ਬੱਚਾ 2 ਬੱਚੇ, ਆਈ ਡੋਂਟ ਮਾਈਂਡ ਦੈਟ। ਪਰ ਮੇਰੇ ਗੁਰੂ ਘਰ ਦੇ ਜਿਹੜੇ ਬੱਚੇ ਆ ਨਾ, ਉਹ ਸਾਰੇ ਮੇਰੇ ਲਈ ਸੇਮ ਆ। ਕੋਈ ਦਲਿਤ ਨਹੀਂ ਆ ਮੇਰੇ ਲਈ, ਤੁਹਾਡੇ ਲਈ ਵੀ ਨਹੀਂ ਹੋਣਾ ਚਾਹੀਦਾ। ਸਾਡੇ ਪੂਰੇ ਸਿੱਖ ਸਮਾਜ ਦੇ ਵਿੱਚ ਦਲਿਤ ਵਰਡ ਹੀ ਨਹੀਂ ਆ, ਕਿਉਂਕਿ ਸਿੱਖਾਂ ਦਾ ਦਲਨ ਹੋ ਸਕਦਾ ਹੈ ਕਦੀ? ਸਿੱਖਾਂ ਦਾ ਦਲਨ ਨਹੀਂ ਹੋ ਸਕਦਾ। ਸਿੱਖਾਂ ਦਾ ਦਲਨ ਉਦੋਂ ਹੋਊਗਾ ਜਦੋਂ ਆਪਣੇ ਆਪ ਨੂੰ ਮੰਨਣਗੇ ਕਿ ਅਸੀਂ ਸਿੱਖ ਨਹੀਂ ਹਾਂ। ਔਰ ਇਹੀ ਸਾਨੂੰ ਮਨਾਇਆ ਜਾ ਰਿਹਾ, ਕਿਸੇ ਨੂੰ ਜੱਟ ਸਿੱਖ, ਕਿਸੇ ਨੂੰ ਮਜ਼੍ਹਬੀ ਸਿੱਖ, ਕਿਸੇ ਨੂੰ। ਸਾਡੇ ਲਈ ਅਸੀਂ ਸਾਰੇ ਸਿਰਫ ਸਿੱਖ ਹਾਂ, ਬਸ ਇੰਨੀ ਕੀ ਗੱਲ ਆ, ਇੰਨੀ ਕੀ ਕਹਾਣੀ ਆ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਤੱਕ ਪ੍ਰਚਾਰ ਨਹੀਂ ਪਹੁੰਚ ਰਿਹਾ, ਸਿਰਫ ਸਾਨੂੰ ਇੱਕ ਈਮੇਲ ਕਰ ਦਿਓ, ਸਾਨੂੰ ਇੱਕ ਮੈਸੇਜ ਛੱਡ ਦਿਓ, ਐਂਡ ਡੈਫੀਨੇਟਲੀ ਮੈਂ ਹਰ ਇੱਕ ਤਰੀਕੇ ਦੇ ਨਾਲ ਤੁਹਾਡੇ ਨਾਲ ਹਾਂ। ਅਗਲਾ ਜਿਹੜਾ ਸਵਾਲ ਹੈ ਉਹ ਸਾਨੂੰ ਉਸੇ ਹੀ ਵੀਡੀਓ ਦੇ ਵਿੱਚ ਜਗਜੀਤ ਸਿੰਘ ਹੁਣਾਂ ਨੇ ਪਾਇਆ ਕਿ ਕੜਾਹ ਪ੍ਰਸ਼ਾਦ ਦਾ ਇਤਿਹਾਸ ਕੀ ਹੈ। ਸਭ ਤੋਂ ਪਹਿਲੀ ਗੱਲ ਤਾਂ ਮੈਂ ਜਗਜੀਤ ਸਿੰਘ ਜੀ ਤੁਹਾਨੂੰ ਇਹ ਇੱਕ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ। ਪਹਿਲਾਂ ਇਤਿਹਾਸ ਦੱਸਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਟਾਈਮ ਪਿੱਛੇ ਜੇ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਇੱਕ ਚੋਲਾ ਆ ਜਿਹੜਾ ਕਿਸੇ ਪਰਿਵਾਰ ਕੋਲ ਪਿਆ ਆ, ਜਿਹਦੇ ਉੱਤੇ ਉਹਨਾਂ ਦੇ ਖੂਨ ਦੇ ਛਿੱਟੇ ਆ। ਮੇਰਾ ਦਿਲ ਅੰਦਰੋਂ ਬੜਾ ਉਬਾਲੇ ਮਾਰਨ ਲੱਗ ਗਿਆ ਕਿ ਮੈਨੂੰ ਲੱਗਾ ਕਿ ਮੇਰੇ ਗੁਰੂ ਦਾ ਚੋਲਾ ਪਿਆ ਹੈ, ਮੇਰੇ ਗੁਰੂ ਦੇ ਖੂਨ ਦੇ ਛਿੱਟੇ ਉਹਦੇ ਉੱਤੇ ਹੈਗੇ ਆ, ਤਾਂ ਮੈਂ ਜ਼ਰੂਰ ਵੇਖ ਕੇ ਆਊਂਗੀ। ਉਹ ਵੀਡੀਓ ਵੇਖਦੀ ਪਤਾ ਨਹੀਂ ਮੈਂ ਕਿੰਨੀ ਕੁ ਵਾਰੀ ਇਮੋਸ਼ਨਲ ਹੋਈ, ਕਿੰਨੀ ਕੁ ਵਾਰੀ ਮੇਰੀਆਂ ਅੱਖਾਂ ਭਰੀਆਂ, ਅਤੇ ਮੈਂ ਫਟਾਫਟ, ਕਿਉਂਕਿ ਹਰ ਇੱਕ ਬੰਦੇ ਦਾ ਕੋਈ ਟੀਚਰ ਹੁੰਦਾ ਹੈ ਨਾ, ਅਤੇ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੁਣਾਂ ਨੂੰ ਬਹੁਤ ਮੰਨਦੀ ਹਾਂ ਐਜ਼ ਅ ਇੰਟਲੈਕਚੁਅਲ। ਅਤੇ ਮੈਂ ਉਹਨਾਂ ਨੂੰ ਫੋਨ ਕੀਤਾ ਅਤੇ ਮੈਂ ਕਿਹਾ ਕਿ ਪ੍ਰੋਫੈਸਰ ਸਾਹਿਬ ਤੁਹਾਨੂੰ ਪਤਾ ਆ ਇੱਦਾਂ ਦੀ ਕੋਈ ਗੱਲ ਹੈਗੀ ਆ? ਅਤੇ ਉਹ ਮੈਨੂੰ ਅੱਗੋਂ ਉਹਨਾਂ ਦਾ ਜਵਾਬ ਸੀ ਕਿ ਜੇ ਹੋਵੇ ਵੀ ਤਾਂ ਤੈਨੂੰ ਕੀ ਲੈਣਾ। ਮੈਨੂੰ ਉਹ ਬੜਾ ਅਜੀਬ ਰੂਡ ਜਵਾਬ ਲੱਗਾ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਕਿਉਂ, ਮੈਨੂੰ ਤਾਂ ਮਤਲਬ ਮੇਰੇ ਗੁਰੂ ਦਾ ਚੋਲਾ ਆ ਔਰ ਉਹਦੇ ਉੱਤੇ ਮੇਰੇ ਗੁਰੂ ਦੇ ਖੂਨ ਦੇ ਛਿੱਟੇ ਆ, ਤੁਸੀਂ ਸੋਚੋ। ਉਹ ਕਹਿੰਦੇ ਕਿ ਜਦੋਂ ਜੰਗਾਂ ਹੁੰਦੀਆਂ ਤਾਂ ਖੂਨ ਨਿਕਲਦਾ ਹੀ ਹੁੰਦਾ ਆ, ਫਿਰ ਕੀ ਹੋ ਗਿਆ? ਤੇਰੇ ਤੋਂ ਇਹ ਮੈਂ ਉਮੀਦ ਨਹੀਂ ਕਰਦਾ, ਤੂੰ ਇਹ ਦੇਖ ਕਿ ਸਾਡਾ ਸਿਧਾਂਤ ਕੀ ਆ, ਤੂੰ ਸਿਧਾਂਤ 'ਤੇ ਰਹਿ। ਇਹ ਜਿਹੜੀਆਂ ਚੀਜ਼ਾਂ ਆ ਕਿ ਉੱਥੇ ਪਿਆ ਹੈ ਨਹੀਂ ਪਿਆ, ਉਹ ਗੱਲ ਹੈਗੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਨੂੰ ਤੁਹਾਡੇ ਸਾਹਮਣੇ ਬੜਾ ਵੱਡਾ ਇੱਕ ਐਗਜ਼ੈਂਪਲਰੀ ਜੀਵਨ ਸੈੱਟ ਕਰਕੇ ਤੁਹਾਨੂੰ ਦੱਸਿਆ ਆ ਕਿ ਤੁਸੀਂ ਕੀ ਆ, ਔਰ ਤੁਹਾਡੇ ਕੋਲੋਂ ਉਹ ਸਿਧਾਂਤ ਦੀ ਭਾਲ ਕਰਦੇ ਆ। ਸੋ ਕੜਾਹ ਪ੍ਰਸ਼ਾਦ, ਮੈਂ ਬਿਲਕੁਲ ਤੁਹਾਡਾ ਆਨਸਰ ਦਊਂਗੀ ਕਿ ਕੜਾਹ ਪ੍ਰਸ਼ਾਦ ਦੀ ਕੀ ਹੈ, ਕਿਉਂਕਿ ਤੁਸੀਂ ਮੈਨੂੰ ਸਵਾਲ ਪਾਇਆ। ਪਰ ਆਪਾਂ ਸਿਧਾਂਤ ਵੱਲ ਜਾਣਾ ਸ਼ੁਰੂ ਕਰੀਏ। ਇਹ ਜਿਹੜੀਆਂ ਛੋਟੀਆਂ ਗੱਲਾਂ ਹੈ ਨਾ, ਸਵਾਲ ਆਉਣੇ ਦਿਮਾਗ ਦੇ ਵਿੱਚ ਬਿਲਕੁਲ ਸੱਚ ਆ, ਆਉਣ ਅਤੇ ਪੁੱਛਣੇ ਵੀ ਚਾਹੀਦੇ ਆ, ਪਰ ਆਪਾਂ ਇਹ ਵੇਖੀਏ ਕਿ ਉਹਦਾ ਸਾਡੇ ਸਿਧਾਂਤ ਦੇ ਉੱਤੇ ਅਸਰ ਕੀ ਪੈ ਰਿਹਾ, ਕਿਆ ਉਹ ਸਾਡੇ ਸਿਧਾਂਤ ਲਈ ਇੰਪੋਰਟੈਂਟ ਹੈ ਜਾਂ ਨਹੀਂ ਹੈ। ਹੁਣ ਜਿਹੜੀ ਕੜਾਹ ਪ੍ਰਸ਼ਾਦ ਦੀ ਵਿਧੀ ਹੈ ਨਾ, ਸਿਧਾਂਤਕ ਤੌਰ ਦੇ ਉੱਤੇ, ਚਲੋ ਪਹਿਲਾਂ ਮੈਂ ਇਹ ਡਿਸਕਸ ਕਰਦੀ, ਉਸ ਤੋਂ ਬਾਅਦ ਆਪਾਂ ਸਿਧਾਂਤਕ ਤੌਰ 'ਤੇ ਆਉਂਦੇ ਹਾਂ ਕਿ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦੇ ਦਾਂ। ਸਭ ਤੋਂ ਪਹਿਲਾਂ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਵੀ ਲਿਖਿਆ ਹੈ ਕਿ ਸਿੱਖਾਂ ਦੇ ਵਿੱਚ ਜਿਹੜੀ ਆ ਉਹ ਦੀਵਾਨ ਤੋਂ ਬਾਅਦ ਦੇਗ ਵਰਤਾਉਣ ਦੀ, ਕੜਾਹ ਪ੍ਰਸ਼ਾਦ ਵਰਤਾਉਣ ਦੀ ਜਿਹੜੀ ਵਿਧੀ ਆ ਉਹ ਪ੍ਰਚਲਿਤ ਸੀਗੀ। ਪਰ ਜਦੋਂ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵੱਲ ਆਉਂਦੇ ਹਾਂ ਤਾਂ ਸਾਨੂੰ ਬੜਾ ਕਲੀਅਰ ਮਿਲ ਜਾਂਦਾ ਆ ਕਿ ਉਦੋਂ ਭਾਈ ਗੁਰਦਾਸ ਵੀ ਕੜਾਹ ਪ੍ਰਸ਼ਾਦ ਦਾ ਜ਼ਿਕਰ ਕਰਦੇ ਨੇ। ਤੋ ਇਹ ਜਿਹੜੀ ਵਿਧੀ ਆ ਨਾ ਜੀ, ਉਹ ਗੁਰੂ ਨਾਨਕ, ਸਿੱਖਾਂ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਗੱਲ ਸ਼ੁਰੂ ਹੋਊਗੀ। ਕੋਈ ਵੀ ਐਸਾ ਕੰਮ ਜੋ ਸਿੱਖ ਇਤਿਹਾਸ ਦੇ ਵਿੱਚ ਹੋਇਆ ਆ, ਉਹ ਗੁਰੂ ਨਾਨਕ ਤੋਂ ਬਿਨਾਂ ਨਹੀਂ ਹੋ ਸਕਦਾ। ਉਹ ਗੁਰੂ ਨਾਨਕ ਨੇ ਉਹਦੇ ਪੂਰਨੇ ਪਾਏ ਹੋਣਗੇ ਤਾਂ ਫਿਰ ਅੱਗੇ ਕੰਮ ਚੱਲਿਆ ਹੋਊਗਾ, ਨਹੀਂ ਤਾਂ ਨਹੀਂ ਹੋ ਸਕਦਾ। ਸੋ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਗੁਰੂ ਨਾਨਕ ਪਾਤਸ਼ਾਹ ਹੀ ਹੋਣਗੇ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇਹ ਗੱਲ ਆਉਂਦੀ ਆ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਹਾਂ। 6ਵੀਂ ਵਾਰ ਹੈ ਉਹਨਾਂ ਦੀ। ਮੈਂ ਅਖੀਰਲੀਆਂ ਕੁਝ ਲਾਈਨਾਂ ਪੜ੍ਹੂੰਗੀ ਅੱਗੇ। ਸੰਜੇ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤ ਸੁਹਲਾ ਕਰ ਆਰਤੀ ਪ੍ਰਸਾਦ ਵਡੰਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ। ਸੋ ਇੱਥੇ ਉਹਨਾਂ ਨੇ ਸਾਫ਼ ਲਿਖਿਆ ਆ ਕਿ, ਔਰ ਇਹਦੇ ਵਿੱਚ ਸਾਰੀ ਗੁਰਮੁਖਾਂ ਦੀ ਨਿਤ ਕਿਰਿਆ ਬਾਰੇ ਦੱਸਿਆ ਗਿਆ ਹੈ ਕਿ ਗੁਰਮੁਖ ਕਿੱਦਾਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਹੈ, ਔਰ ਅਖੀਰ ਦੇ ਉੱਪਰ ਜਦੋਂ ਕੀਰਤਨ ਸੋਹਲਾ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਦ ਜਿਹੜਾ ਉਹ ਵੰਡਣਾ ਆ। ਹੁਣ ਇਸੇ ਸਿਲਸਿਲੇ ਦੇ ਵਿੱਚ ਮੈਂ ਥੋੜ੍ਹਾ ਜਿਹਾ ਇਲੈਬੋਰੇਟ ਕਰੂੰਗੀ।
ਭਾਈ ਗੁਰਦਾਸ ਦੀ ਹੀ ਵਾਰ ਹੈ, 40ਵੀਂ ਵਾਰ ਹੈ ਉਹਨਾਂ ਦੀ। ਉਹਦੇ ਵਿੱਚ ਬਕਾਇਦਾ ਉਹਦੇ ਵਿੱਚ ਗਾਡੀ ਰਾਹ ਬਾਰੇ ਉਹਨਾਂ ਨੇ ਉਹ ਵੀ ਨਿਤ ਕਿਰਿਆ ਬਾਰੇ ਹੀ ਆ। ਅਤੇ ਉਹਦੇ ਵਿੱਚ ਉਹ ਦੱਸਦੇ ਨੇ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣੰਦਾ, ਸੰਕਾ ਮਨੋਂ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰੇਂਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਖ ਕਰ ਪਿੱਛੋਂ ਬਚਿਆ ਆਪ ਖਵੰਦਾ। ਹੁਣ ਇਹਦੇ ਵਿੱਚ ਨਾ ਇਹ ਬੜੀ ਇੰਪੋਰਟੈਂਟ ਗੱਲ ਆ। ਇਹ ਮੈਂ ਕਿਉਂ ਸਾਰਾ ਪੜ੍ਹਿਆ ਕਿ ਤੁਹਾਨੂੰ ਨਿਤ ਕਿਰਿਆ ਪਤਾ ਲੱਗ ਜੇ। ਗੁਰਸਿੱਖ ਨੇ ਭਲਕੇ ਉੱਠ ਕੇ, ਮਤਲਬ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਕਾਇਦਾ ਇਸ਼ਨਾਨ ਕਰਕੇ ਫਿਰ ਉਸ ਤੋਂ ਬਾਅਦ ਉਹਨੇ ਆਪਣਾ ਜਿਹੜੀ ਸੁਰਤ ਆ ਉਹ ਇੱਕ ਕਰਨੀ ਆ। ਸਾਧ ਸੰਗਤ ਵਿੱਚ ਜਾ ਕੇ ਉਹਨੇ ਗੁਰਬਾਣੀ ਵੀ ਸਰਵਣ ਕਰਨੀ ਆ। ਸ਼ੰਕਾ ਨੂੰ, ਜਿਹੜੀ ਵੀ ਸ਼ੰਕਾਵਾਂ ਜੋ ਅੱਜ ਸਾਡੇ ਵਿੱਚ ਬਹੁਤ ਜ਼ਿਆਦਾ ਲੈਵਲ ਤੱਕ ਪੈ ਗਈਆਂ, ਉਹਨਾਂ ਨੂੰ ਮਨੋਂ ਮਿਟਾ ਕੇ, ਸ਼ੰਕਾਵਾਂ ਨੂੰ ਮਨੋਂ ਮਿਟਾ ਕੇ, ਇੰਪੋਰਟੈਂਟ ਗੱਲ ਆ, ਗੁਰਸਿੱਖਾਂ ਦੀ ਸੇਵ ਕਰਿੰਦਾ। ਫਿਰ ਉਹ ਗੁਰਸਿੱਖਾਂ ਦੀ ਸੇਵਾ ਕਰਦਾ ਆ। ਹੁਣ ਇਹਦੇ ਵਿੱਚ ਅਗਲੀ ਲਾਈਨ ਜਿਹੜੀ ਆ, ਜਿਹੜੀ ਮੈਂ ਬਾਅਦ 'ਚ ਸਿਧਾਂਤ ਦੇ ਨਾਲ ਵੀ ਜੋੜੂੰਗੀ, ਤੁਹਾਨੂੰ ਦੱਸੂੰਗੀ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਹੁਣ ਜਿਹੜੀ ਵੀ ਤੁਸੀਂ ਆਪਣੀ ਕਿਰਤ ਕਰਦੇ ਹੋ, ਪਹਿਲੀ ਗੱਲ, ਕਿਰਤ ਦੇ ਵਿੱਚੋਂ ਜੋ ਵੀ ਤੁਸੀਂ ਆ ਕੇ ਆਪਣੇ ਘਰ ਦੇ ਵਿੱਚ ਜੋ ਵੀ ਤੁਸੀਂ ਪਕਾਉਂਦੇ ਹੋ, ਪਹਿਲਾਂ ਤੁਸੀਂ ਗੁਰਸਿੱਖਾਂ ਨੂੰ ਦਿੰਦੇ ਹੋ, ਜੇ ਕੁਛ ਬਚਦਾ ਤੁਸੀਂ ਆਪ ਲੈਂਦੇ ਹੋ। ਇੱਥੇ ਇਹ ਵੰਡ ਛਕਣ ਦਾ ਸਿਧਾਂਤ ਹੈ ਸਾਡੇ ਕੋਲ। ਜਦੋਂ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਵੰਡਦੇ ਹਾਂ ਅਤੇ ਕੜਾਹ ਪ੍ਰਸ਼ਾਦ ਨੂੰ ਜਦੋਂ ਅਸੀਂ ਸਾਰਿਆਂ ਦੇ ਵਿੱਚ ਇਕੁਅਲੀ ਡਿਸਟਰੀਬਿਊਟ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਦਿਮਾਗ 'ਚ ਆਉਂਦਾ ਹੋਊਗਾ ਕਿ ਇਹਨੂੰ ਘੱਟ ਦਈਏ, ਇਹਨੂੰ ਜ਼ਿਆਦਾ ਦਈਏ। ਉਹ ਬਕਾਇਦਾ ਇਕੁਐਲਿਟੀ ਦਾ ਇੱਕ ਤੁਹਾਨੂੰ ਸਿਧਾਂਤ ਦਿੱਤਾ ਗਿਆ ਆ, ਵੰਡ ਛਕਣ ਦਾ ਸਿਧਾਂਤ ਦਿੱਤਾ ਗਿਆ ਆ। ਜਿਹੜੀ ਚੀਜ਼ ਨੂੰ, ਜਿਹੜੇ ਕੈਪੀਟਲਿਸਟਿਕ ਲੋਕ ਨੇ, ਹੈ ਨਾ, ਐਂਟੀ ਕੈਪੀਟਲਿਸਟ ਜਿਹੜੇ ਨੇ, ਮਾਰਕਸਵਾਦੀ ਲੋਕ, ਜਿਹੜੇ ਕਹਿੰਦੇ ਨੇ ਕਿ ਸੁਸਾਇਟੀ ਦੇ ਕੋਲ ਸਾਰਾ ਕੁਛ ਹੋਣਾ ਚਾਹੀਦਾ, ਉਹ ਫਿਰ ਅੱਗੇ ਦੇਵੇ। ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੇ ਐਕਸਪੈਰੀਮੈਂਟ ਕਰਕੇ ਤੁਹਾਨੂੰ ਦੱਸਿਆ ਆ, ਪ੍ਰੈਕਟੀਕਲ ਕਰਕੇ ਤੁਹਾਨੂੰ ਦੱਸਿਆ ਆ ਕਿ ਇਸ ਤਰੀਕੇ ਨਾਲ ਇੱਕ ਜਗ੍ਹਾ ਦੇ ਉੱਤੇ ਤੁਸੀਂ ਤੁਸੀਂ ਇਕੱਠਾ ਕਰੋ, ਉਸ ਤੋਂ ਬਾਅਦ ਤੁਹਾਨੂੰ ਵੰਡਿਆ ਜਾਂਦਾ ਆ। ਤੁਹਾਡੇ ਸਿਧਾਂਤ, ਤੁਹਾਡੇ ਕਿਰਦਾਰ ਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਵੰਡ ਛਕਣ ਦੀ, ਇਕੁਐਲਿਟੀ ਦੀ ਗੱਲ ਆ ਜਾਂਦੀ ਹੈ। ਤੁਸੀਂ ਇੱਕੋ ਜਗ੍ਹਾ 'ਤੇ ਬੈਠੇ ਹੁੰਦੇ ਹੋ, ਜੋ ਵੰਡ ਰਿਹਾ ਤੁਸੀਂ ਨਹੀਂ ਪੁੱਛਦੇ ਤੂੰ ਕੌਣ ਹੈ। ਫਿਰ ਉਹੀ ਪਹਿਲੇ ਵਾਲੇ ਸਵਾਲ ਦੇ ਨਾਲ ਹੀ ਗੱਲ ਆ ਜਾਊਗੀ ਮੇਰੀ ਕਿ ਤੁਸੀਂ ਨਹੀਂ ਪੁੱਛਦੇ, ਜਿਹਨੂੰ ਉਹ ਵੰਡ ਰਿਹਾ ਉਹ ਵੀ ਨਹੀਂ ਪੁੱਛ ਸਕਦੇ ਕਿ ਤੂੰ ਕੌਣ ਹੈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਦੇਖੋ ਨਾ, ਅਤੇ ਜਿਹੜਾ ਇੱਕ ਵਰਤਾਰਾ ਬਣਿਆ ਹੋਇਆ ਸੀ ਗੁਰੂ ਨਾਨਕ ਦੇ ਆਉਣ ਤੋਂ, ਮਨੁੱਖੀ ਜਨਮ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਵਰਤਾਰਾ ਸੀਗਾ ਕਿ ਜਿਹੜਾ ਸ਼ੂਦਰ ਆ ਉਹਦਾ ਪਰਛਾਵਾਂ ਵੀ ਨਹੀਂ ਪੈ ਸਕਦਾ, ਜਿਹੜੇ ਬ੍ਰਾਹਮਣ ਆ ਉਹਨੂੰ ਸ਼ੂਦਰ ਤੋਂ ਪਿੱਟਿਆ ਜਾਂਦਾ ਆ। ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਆ। ਜੋ ਵਰਤਾ ਰਿਹਾ ਆ ਨਾ ਉਹ ਪੁੱਛ ਰਿਹਾ ਤੂੰ ਕੌਣ ਹੈ, ਅਤੇ ਜਿਹੜਾ ਖਾ ਰਿਹਾ ਉਹ ਵੀ ਨਹੀਂ ਪੁੱਛ ਰਿਹਾ ਕਿ ਮੈਨੂੰ ਕਿਹਨੇ ਦਿੱਤਾ ਆ, ਕਿਉਂਕਿ ਪੁੱਛਿਆ ਜਾ ਹੀ ਨਹੀਂ ਸਕਦਾ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ ਜੋ ਸਾਨੂੰ ਸਮਝਣੀ ਸੀਗੀ। ਉਸ ਤੋਂ ਅਗਲੀ ਜਿਹੜੀ ਗੱਲ ਹੈ ਨਾ, ਫਿਰ ਉਹੀ ਵੰਡ ਛਕਣ ਵਾਲੀ ਗੱਲ ਹੀ ਆਊਗੀ। ਖੈਰ ਇੱਥੋਂ ਤੱਕ ਤਾਂ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਕਲੀਅਰ ਕਰ ਚੁੱਕੀ ਹਾਂ ਕਿ ਜਿਹੜੀ ਕੜਾਹ ਪ੍ਰਸ਼ਾਦ ਦੀ ਵਿਧੀ ਆ ਉਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਸ਼ੁਰੂ ਕੀਤੀ ਆ। ਸਾਖੀ ਇਤਿਹਾਸ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਮਿਲ ਜਾਂਦੀਆਂ, ਪਰ ਮੈਂ ਸਾਖੀ ਇਤਿਹਾਸ ਵੱਲ ਨਹੀਂ ਜਾਂਦੀ, ਕਿਉਂਕਿ ਜਿਹੜਾ ਆਪਣੇ ਕੋਲ ਇੱਕ ਔਥੈਂਟਿਕ ਸੋਰਸ ਆਫ ਹਿਸਟਰੀ ਹੈ, ਜਿਹੜੀ ਹਿਸਟੋਰੀਓਗ੍ਰਾਫੀ ਆ, ਉਹ ਮੈਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਮੰਨਦੀ ਹੁੰਦੀ ਹਾਂ, ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੇ ਆ ਉਹਨਾਂ ਵਿੱਚ ਬਹੁਤ ਕੁਛ ਤੁਹਾਨੂੰ ਲੱਭ ਜਾਂਦਾ। ਹਰ ਸਵਾਲ ਦਾ ਜਵਾਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲ ਜਾਂਦਾ ਆ। ਉਸ ਤੋਂ ਬਾਅਦ ਤੁਹਾਨੂੰ ਜਿਹੜੇ ਭਾਈ ਨੰਦ ਲਾਲ ਦਾ ਬਕਾਇਦਾ ਉਹਨਾਂ ਦੀ ਵਿਧੀ ਦੱਸੀ ਹੋਈ ਆ। ਭਾਈ ਨੰਦ ਲਾਲ ਦੇ ਤਨਖਾਹਨਾਮੇ ਦੇ ਵਿੱਚ ਬਕਾਇਦਾ ਵਿਧੀ ਦੱਸੀ ਹੋਈ ਆ। ਕੜਾਹ ਪ੍ਰਸ਼ਾਦ ਕੀ ਬਿਧ ਸੁਣ ਲੀਜੇ, ਤੀਨ ਭਾਵ ਕੋ ਸਮਸਰ ਕੀਜੇ। ਜਿੱਦਾਂ ਆਪਾਂ ਬਣਾਉਂਦੇ ਹਾਂ ਨਾ ਕਿ ਤਿੰਨਾਂ ਹਿੱਸਿਆਂ ਦੇ ਵਿੱਚ ਤਿੰਨਾਂ ਹਿੱਸਿਆਂ ਦੇ ਵਿੱਚ ਹੀ ਲੈਂਦੇ ਹਾਂ। ਲੇਪਨ ਆਗੇ ਬਹੁ ਕਰ ਦੀਜੇ, ਮਾਂਜਨ ਕਰ ਭਾਂਜਨ ਧੋਵੀਜੇ, ਕਰ ਇਸਨਾਨ ਪਵਿੱਤਰ ਹੋਏ ਬਹੇ, ਵਾਹਿਗੁਰੂ ਬਿਨ ਅਵਰ ਨਾ ਕਹੇ। ਹੁਣ ਇਹ ਉਹ ਸਾਰੀ ਇੱਕ ਵਿਧੀ ਹੈਗੀ ਆ ਜਿਹੜੀ ਕਿ ਤਨਖਾਹਨਾਮੇ ਦੇ ਵਿੱਚ ਹੈ ਭਾਈ ਨੰਦ ਲਾਲ ਜੀ ਦੇ, ਤੁਸੀਂ ਆਪ ਵੀ ਪੜ੍ਹ ਸਕਦੇ ਹੋ। ਸੋ ਬਕਾਇਦਾ ਸਾਡੇ ਇਤਿਹਾਸ ਦੇ ਵਿੱਚੋਂ ਹੀ ਗੁਰੂ ਨਾਨਕ ਤੋਂ ਇਹ ਗੱਲ ਚੱਲਦੀ ਆ ਔਰ ਅੱਗੇ ਹੁਣ ਤੱਕ ਇਹ ਚੱਲਦੀ ਆ ਰਹੀ ਆ। ਭਾਈ ਦੇਸਾ ਦੇ ਜਿਹੜੇ ਰਹਿਤਨਾਮਿਆਂ ਦੇ ਵਿੱਚ ਵੀ ਤੁਹਾਨੂੰ ਇਹ ਲੱਭ ਜੂਗੀ। ਭਾਈ ਦੇਸਾ ਦੇ ਤੇ ਪਹਿਲੇ ਜਿਹੜੇ ਫਸਟ ਪੇਜ ਦੇ ਉੱਪਰ ਹੀ ਮਿਲ ਜਾਂਦੀ ਆ। ਸੋ ਆਈ ਥਿੰਕ ਕਿ ਇਹ ਗੱਲ ਕਲੀਅਰ ਹੋ ਗਈ ਆ ਕਿ ਸਾਡੇ ਇਤਿਹਾਸ ਦੇ ਵਿੱਚ ਹੀ ਇਸ ਗੱਲ ਦਾ ਜ਼ਿਕਰ ਹੈਗਾ ਆ। ਸਾਨੂੰ ਬਕਾਇਦਾ ਕੜਾਹ ਪ੍ਰਸ਼ਾਦ ਦੀ ਗੱਲ ਜਿਹੜੀ ਆ ਉਹ ਸਾਨੂੰ ਦੱਸੀ ਗਈ ਆ। ਹੁਣ ਆਪਾਂ ਅੱਗੇ ਚੱਲੀਏ ਅਤੇ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਨੂੰ ਸਿਧਾਂਤ ਦੀ ਗੱਲ ਕਰਨੀ ਆ।
ਦੇਖੋ, ਗੁਰੂ ਨਾਨਕ ਪਾਤਸ਼ਾਹ ਦੇ ਨੇ ਸਾਨੂੰ 3 ਪਿਲਰ ਦਿੱਤੇ ਆ: ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ। ਜਿਹੜੀ ਮੈਂ ਪਹਿਲੀ ਵਾਰ ਬੋਲੀ ਸੀਗੀ, ਦੱਸੀ ਸੀਗੀ, ਉਹਦੇ ਵਿੱਚ ਤੁਹਾਨੂੰ ਮੈਂ ਸਾਫ਼ ਦੱਸਿਆ, ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਜੋ ਵੀ ਗੁਰਮੁਖ ਜਾਂ ਗੁਰਸਿੱਖ ਹੈ, ਉਹ ਜੋ ਕਿਰਤ ਕਮਾਈ ਕਰਕੇ ਲੈ ਕੇ ਆਉਂਦਾ ਆ, ਉਹਨੂੰ ਇੱਕ ਜਗ੍ਹਾ ਦੇ ਉੱਤੇ ਉਹ ਆਪਣੇ ਘਰ ਦੇ ਵਿੱਚ ਪ੍ਰਸਾਦ ਬਣਾਉਂਦਾ ਆ, ਔਰ ਫਿਰ ਘਰ ਦੇ ਵਿੱਚ ਜਾਂ ਜਦੋਂ ਦੀਵਾਨ, ਕਿਉਂਕਿ ਸਿੱਖਾਂ ਦਾ ਇਕੱਠਾ ਹੋਣਾ ਤਾਂ ਦੀਵਾਨ ਦੇ ਵਿੱਚ ਹੀ ਪੋਸੀਬਲ ਹੈ ਨਾ, ਦੀਵਾਨ ਦੇ ਵਿੱਚ ਜਦੋਂ ਵੀ ਹੁੰਦਾ ਆ, ਉਸ ਤੋਂ ਬਾਅਦ ਤੁਸੀਂ ਆਪਣਾ ਉਹ ਸਾਰਾ ਜਿਹੜਾ ਹੈਗਾ ਉਹ ਵਰਤਾਉਂਦੇ ਆ, ਔਰ ਜਿਹੜਾ ਬਚ ਜਾਂਦਾ ਆ ਉਸ ਤੋਂ ਬਾਅਦ ਉਹ ਤੁਸੀਂ ਆਪ ਖਾਂਦੇ ਆ। ਇਹ ਤੁਹਾਨੂੰ ਸਬਰ ਦੇ ਉੱਤੇ ਵੀ ਖੜਾ ਕਰਦਾ ਆ, ਸਿਦਕ ਦੇ ਉੱਤੇ ਵੀ ਖੜਾ ਕਰਦਾ ਹੈ। ਅੱਜ ਦੇ ਯੁੱਗ ਦੀ ਮਾਰੋ ਮਾਰ ਕੀ ਆ ਕਿ ਪਹਿਲਾਂ ਮੇਰਾ ਢਿੱਡ ਭਰ ਜੇ, ਹੈ ਨਾ। ਜੇ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝ ਲੈਂਦੇ ਨਾ, ਸ਼ਾਇਦ ਥੋੜ੍ਹੇ ਸਾਡੇ ਸਿੱਖਾਂ ਦੇ ਨਾ ਖੂਨ ਦੇ ਵਿੱਚ, ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਸਾਡੇ ਨਾਲ ਜੋ ਉਹਨਾਂ ਨੇ ਸਾਡੇ ਲਈ ਕੀਤਾ ਉਹ ਜਾਣਾ ਨਹੀਂ ਨਾ ਕਦੀ, ਅਤੇ ਇਸੇ ਕਰਕੇ ਸ਼ਾਇਦ ਜਦੋਂ ਸਾਰੀ ਦੁਨੀਆ, ਤੁਸੀਂ ਦੇਖਿਆ ਹੈ, ਸੈਨੀਟਾਈਜ਼ਰ ਮਹਿੰਗੇ ਹੋ ਗਏ, ਲੋਕਾਂ ਨੇ ਰਾਸ਼ਨ ਮਹਿੰਗੇ ਕਰਤੇ, ਔਰ ਸਿੱਖਾਂ ਨੇ ਲੰਗਰ ਲਾ ਦਿੱਤੇ। ਇਹ ਸਾਰਾ ਕੁਝ ਉਸੇ ਹੀ ਕੜਾਹ ਪ੍ਰਸ਼ਾਦ ਦੀ ਵਿਧੀ 'ਚੋਂ ਹੀ ਨਿਕਲ ਕੇ ਆਇਆ ਹੈ। ਤੁਸੀਂ ਅਗਰ ਇਹਨੂੰ ਧਿਆਨ ਨਾਲ ਦੇਖੋ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕੱਲੀ ਜੋ ਕੁਝ ਵੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀਤਾ ਜਾਂ ਕਿਹਾ, ਉਹਦੇ ਵਿੱਚ ਇੱਕ ਬ੍ਰਹਿਮੰਡ ਦਾ ਰਹੱਸਿਆ ਹੈ। ਤੁਹਾਨੂੰ ਉਹ ਰਹੱਸ ਸਮਝਣਾ ਆ। ਸਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਕਿ ਇਹ ਗੱਲ ਕਦੋਂ ਸ਼ੁਰੂ ਹੋਈ, ਕਿਵੇਂ ਸ਼ੁਰੂ ਹੋਈ। ਜੇ ਸਵਾਲ ਆਉਂਦਾ ਆ, ਬਕਾਇਦਾ ਪੁੱਛੋ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਤੁਸੀਂ ਬੜੇ ਅਦਬ ਨਾਲ ਉਹ ਕੁਐਸਚਨ ਪੁੱਛਿਆ ਸੀਗਾ, ਤਾਂ ਮੈਨੂੰ ਲੱਗਾ ਨਹੀਂ ਕਿ ਤੁਸੀਂ ਵੈਸੇ ਹੀ ਲੱਤਾਂ ਖਿੱਚਣ ਨੂੰ ਪੁੱਛਿਆ ਹੈ, ਅਤੇ ਇਸ ਕਰਕੇ ਮੈਂ ਜਵਾਬ ਦੇਣਾ ਸਹੀ ਸਮਝਿਆ। ਪਰ ਜਦੋਂ ਆਪਾਂ ਸਿਧਾਂਤ ਵੱਲ ਜਾਵਾਂਗੇ ਨਾ, ਫਿਰ ਆਪਾਂ ਇਹਨਾਂ ਗੱਲਾਂ ਦੇ ਵਿੱਚੋਂ ਦੂਰ ਹੁੰਦੇ ਜਾਵਾਂਗੇ। ਤੁਸੀਂ ਇਹ ਸੋਚੋ ਕਿ ਕੜਾਹ ਪ੍ਰਸ਼ਾਦ ਤੁਹਾਨੂੰ ਫਿਲੋਸਫੀਕਲੀ ਕੀ ਦੱਸਦਾ ਆ, ਤੁਹਾਨੂੰ ਸਿਧਾਂਤਕ ਤੌਰ ਦੇ ਉੱਤੇ ਕੀ ਦੱਸਦਾ ਆ। ਤੁਹਾਨੂੰ ਵੰਡ ਛਕਣਾ ਵੀ ਸਿਖਾ ਦਿੰਦਾ ਆ। ਤੁਸੀਂ ਜਿੱਥੇ ਬੈਠੇ ਆ ਉੱਥੇ ਤੁਸੀਂ, ਕਿਉਂਕਿ ਦੀਵਾਨ 'ਚ ਬੈਠੇ ਆ ਤੁਸੀਂ, ਹੈ ਨਾ, ਦੀਵਾਨ ਲੱਗਾ ਆ, ਤੁਹਾਨੂੰ ਨਾਮ ਜਪਣਾ ਵੀ ਦੱਸ ਦਿੰਦਾ ਆ। ਠੀਕ ਹੈ ਜੀ। ਔਰ ਕਿਰਤ ਕਰਨੀ ਤਾਂ ਹੈ ਹੀ ਹੈ, ਕਿਉਂਕਿ ਤੁਸੀਂ ਕਿਰਤ ਕਰੋਗੇ, ਸਾਫ਼ ਲਿਖਿਆ ਆ ਵਾਰਾਂ ਦੇ ਵਿੱਚ ਕਿ ਕਿਰਤ ਕਰਕੇ ਹੀ ਉਹ ਪ੍ਰਸ਼ਾਦ ਬਣਾਇਆ ਜਾ ਸਕਦਾ ਆ। ਇੱਕ ਆਖਰੀ ਵਾਰ ਜਿਹੜੀ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੂੰਗੀ, 20ਵੀਂ ਵਾਰ ਹੈ ਉਹ ਵੀ, ਸਾਧ ਸੰਗਤ ਦੀ ਸੇਵਾ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ, ਤੱਪੜ ਝਾੜ ਵਿਛਾਏ ਧੂੜ ਨਾਇਆ, ਕੋਰੇ ਮੱਟ ਅਨਾਏ ਨੀਰ ਭਰਾਇਆ, ਆਣ ਮਹਾਪ੍ਰਸਾਦ ਵੰਡ ਖਵਾਇਆ। ਹੁਣ ਇੱਥੇ ਜਿਹੜੀ ਹੈਗੀ ਬੜੀਆਂ ਜਗ੍ਹਾ ਦੇ ਉੱਤੇ ਤੁਹਾਨੂੰ ਬੜਾ ਕਲੀਅਰ ਕੱਟ ਮਿਲ ਜਾਂਦਾ। ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਅੱਗੇ ਮੈਨੂੰ ਇਲੈਬੋਰੇਟ ਕਰਨ ਦੀ ਲੋੜ ਹੈਗੀ ਆ ਕਿ ਕੜਾਹ ਪ੍ਰਸ਼ਾਦ ਦੀ ਜਿਹੜੀ ਵਿਧੀ ਆ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਈ। ਬਕਾਇਦਾ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਆ, ਔਰ ਤੁਹਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੇ ਵਿਧੀ ਦਾ ਸਿਧਾਂਤ ਵੀ ਪਤਾ ਲੱਗ ਜਾਂਦਾ ਆ। ਔਰ ਉਸ ਤੋਂ ਬਾਅਦ ਭਾਈ ਨੰਦ ਲਾਲ ਦੀ ਜਿਹੜਾ ਤਨਖਾਹਨਾਮਾ ਉਹਦੇ ਵਿੱਚ ਵੀ ਹੈ, ਰਹਿਤਨਾਮਿਆਂ ਦੇ ਵਿੱਚ ਵੀ ਹੈ। ਸਾਡੇ ਕੋਲ ਬਹੁਤ ਲੰਬਾ ਚੌੜਾ ਇਤਿਹਾਸ ਜਿਹੜਾ ਦਾ ਮਿਲ ਜਾਂਦਾ। ਇਸ ਦੇ ਨਾਲ ਹੀ ਇੱਕ ਗੱਲ ਜਿਹੜੀ ਮੈਨੂੰ ਕੜਾਹ ਪ੍ਰਸ਼ਾਦ ਦੀ ਹੋਰ ਵੀ ਲੱਗਦੀ ਹੁੰਦੀ ਆ ਕਿ ਤੁਸੀਂ ਚਾਹੇ ਕਿਸੇ ਦਾ ਜਨਮ ਹੋਵੇ ਜੀ, ਚਾਹੇ ਕਿਸੇ ਦੀ ਮਰਨ ਹੋ ਜੇ, ਚਾਹੇ ਤੁਸੀਂ ਕੋਈ ਬੱਚਾ ਜਿਹੜਾ ਨਵਾਂ ਪੈਦਾ ਹੋਇਆ ਤੁਸੀਂ ਉਹਨੂੰ ਲੈ ਕੇ ਆ ਰਹੇ ਹੋ, ਤੁਸੀਂ ਵਿਆਹ ਤੋਂ ਆ ਰਹੇ ਹੋ, ਤੁਸੀਂ ਵਿਆਹ ਦੀ ਅਰਦਾਸ ਕਰਾ ਰਹੇ ਹੋ, ਤੁਹਾਨੂੰ ਕੜਾਹ ਪ੍ਰਸ਼ਾਦ ਮਿਲਣਾ ਹੀ ਮਿਲਣਾ। ਔਰ ਕੜਾਹ ਪ੍ਰਸ਼ਾਦ ਹੈ ਮਿੱਠਾ। ਸੋ ਤੁਹਾਨੂੰ ਇੱਕ ਇਹਦੇ ਵਿੱਚ ਸੰਦੇਸ਼ ਹੈ, ਭਾਣਾ ਮਿੱਠਾ ਕਰ ਜਾਣਨਾ। ਇੱਥੇ ਅਦਰਵਾਈਜ਼ ਜਿਹੜੀਆਂ ਰਵਾਇਤਾਂ ਹੈ ਉਹ ਇਹ ਆ ਕਿ ਜਦੋਂ ਕਿਸੇ ਦੀ ਮੌਤ ਹੁੰਦੀ ਆਪਾਂ ਮਿੱਠਾ ਨਹੀਂ ਵੰਡਦੇ, ਪਰ ਕੜਾਹ ਪ੍ਰਸ਼ਾਦ ਤਾਂ ਮਿੱਠਾ ਹੀ ਹੁੰਦਾ ਨਾ। ਉਹ ਭਾਣੇ ਦੀ ਗੱਲ ਆ, ਸਾਨੂੰ ਭਾਣੇ ਦੇ ਨਾਲ ਵੀ ਜੋੜਦਾ ਹੈ। ਇੱਕ ਬਹੁਤ ਵੱਡੀ ਫਿਲੋਸਫੀ ਆ ਕੜਾਹ ਪ੍ਰਸ਼ਾਦ ਦੇ ਵਿੱਚ, ਤੁਹਾਨੂੰ ਹਰ ਇੱਕ ਤਰੀਕੇ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੋੜਦਾ ਹੈ। ਮੈਂ ਅਕਸਰ ਇੱਕ ਗੱਲ ਆਪਣੇ ਜਿੰਨੇ ਵੀ ਮੈਨੂੰ ਜਾਣਨ ਵਾਲੇ ਉਹਨਾਂ ਨੂੰ ਕਹਿੰਦੀ ਹੁੰਦੀ ਆ ਕਿ ਜੇ ਤੁਸੀਂ ਸਿਰਫ ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਸਮਝਣ ਲਈ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀਆਂ ਜਿਹੜੀਆਂ ਇੱਕ ਛੋਟੀਆਂ ਚੀਜ਼ਾਂ ਨੂੰ ਵੀ ਸਮਝ ਲੈਂਦੇ ਨਾ, ਤੁਹਾਡਾ ਕਿਰਦਾਰ ਡਿਵੈਲਪ ਹੋ ਜਾਣਾ ਸੀ। ਨਹੀਂ ਹੋਇਆ, ਮੇਰਾ ਵੀ ਨਹੀਂ ਹੋਇਆ, ਕਿਉਂਕਿ ਅਸੀਂ ਨਹੀਂ ਸਮਝਿਆ। ਇੱਕ ਹੋਰ ਵਿਲੱਖਣਤਾ ਜਿਹੜੀ ਸਿੱਖ ਧਰਮ ਦੀ ਵਿਲੱਖਣਤਾ ਵੀ ਜਿਹੜੀ ਸਾਹਮਣੇ ਆਉਂਦੀ ਆ ਉਹ ਇਹ ਆ ਕਿ ਚਾਹੇ ਤੁਸੀਂ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਖੁਸ਼ੀ ਔਰ ਗਮੀ ਦੋਵਾਂ ਦੇ ਮੌਕੇ ਦੇ ਉੱਤੇ ਉਹ ਜਿਹੜਾ ਪ੍ਰਸ਼ਾਦ ਆ ਉਹ ਮਿੱਠਾ ਹੀ ਰਹਿੰਦਾ ਆ। ਗੁਰੂ ਦਾ ਭਾਣਾ ਜਿਹੜਾ ਉਹ ਮਿੱਠਾ ਕਰਕੇ ਮੰਨਣ ਦੀ ਜਿਹੜੀ ਸੇਧ ਮਿਲਦੀ ਆ। ਪਰ ਇਹਦੇ ਨਾਲ ਇੱਕ ਗੱਲ ਹੋਰ ਆ ਕਿ ਦੋਨਾਂ ਹੀ ਵੇਲਿਆਂ ਦੇ ਵਿੱਚ, ਖੁਸ਼ੀ ਹੋਵੇ ਚਾਹੇ ਗਮੀ ਹੋਵੇ, ਆਨੰਦ ਸਾਹਿਬ ਪੜ੍ਹ ਕੇ ਹੀ ਪ੍ਰਸ਼ਾਦ ਜਿਹੜਾ ਵਰਤਾਇਆ ਜਾਂਦਾ। ਹੁਣ ਆਨੰਦ ਸਾਹਿਬ ਪੜ੍ਹਨਾ ਔਰ ਉਸ ਤੋਂ ਬਾਅਦ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਵਰਤਣੀ, ਉਹ ਇੱਕ ਫਲਸਫਾ ਹੈ ਜਿਹੜਾ ਕਿ ਸਿੱਖਾਂ ਦੀ ਵਿਲੱਖਣਤਾ ਜਿਹੜੀ ਆ ਨਾ, ਇੱਕ ਐਸਾ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਹੁੰਦਾ। ਐਸੀ ਹੋਰ ਕਿਸੇ ਧਰਮ ਦੀ ਕੋਈ ਰਵਾਇਤ ਨਹੀਂ ਆ ਕਿ ਦੋਨਾਂ ਹੀ ਚੀਜ਼ਾਂ ਦੇ ਵਿੱਚ, ਚਾਹੇ ਤੁਸੀਂ ਖੁਸ਼ੀ ਆ ਔਰ ਗਮੀ ਆ, ਦੋਵਾਂ ਦੀ ਰਵਾਇਤ ਇੱਕੋ ਹੀ ਆ। ਆਨੰਦ ਸਾਹਿਬ ਪੜ੍ਹਿਆ ਜਾਊਗਾ ਔਰ ਫਿਰ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆ ਉਹ ਵਰਤਾਈ ਜਾਊਗੀ। ਸੋ ਇਹ ਖੁਸ਼ੀ ਅਤੇ ਗਮੀ ਨੂੰ
ਸਿੱਖਾਂ ਦੇ ਵਿੱਚ, ਸਿੱਖ ਫਲਸਫੇ ਦੇ ਵਿੱਚ ਇੱਕੋ ਲੈਵਲ ਦੇ ਉੱਤੇ ਰੱਖਿਆ ਗਿਆ ਹੈ। ਬੇਸਿਕਲੀ ਜਿਹੜਾ ਸਿੱਖ ਫਲਸਫਾ ਹੈ ਉਹ ਤੁਹਾਨੂੰ ਰੂਹਾਨੀਅਤ ਦੇ ਨਾਲ ਜੋੜਦਾ ਆ, ਉਹ ਤੁਹਾਡੀ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਕਰਦਾ। ਉੱਥੇ ਤੁਸੀਂ ਧਰਤੀ ਦੇ ਉੱਤੇ ਬੈਠ ਕੇ ਤੁਹਾਨੂੰ ਖੁਸ਼ੀ, ਗਮੀ, ਹਰ ਤਰੀਕੇ ਨੂੰ ਗੁਰੂ ਦਾ, ਪਰਮਾਤਮਾ ਦਾ ਭਾਣਾ ਮੰਨ ਕੇ ਜਾਣਨ ਦੀ ਸੇਧ ਮਿਲਦੀ ਆ। ਸੋ ਕੜਾਹ ਪ੍ਰਸ਼ਾਦ ਦਾ ਜਿਹੜਾ ਸਿਧਾਂਤ ਹੈ ਨਾ, ਉਹਨੂੰ ਸਾਨੂੰ ਸਮਝਣ ਦੀ ਲੋੜ ਆ, ਨਾ ਕਿ ਇਹਨਾਂ ਗੱਲਾਂ 'ਚ ਪੈਂਦੀ ਕਿ ਉਹ ਕਦੋਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਕਿਹਨੇ ਸ਼ੁਰੂ ਕੀਤਾ। ਮੋਟਾ ਜਿਹਾ ਤੁਹਾਨੂੰ ਮੈਂ ਜਵਾਬ ਦੇ ਦਿੱਤਾ ਆ ਕਿ ਕੋਈ ਵੀ ਸਵਾਲ ਸਿੱਖ ਇਤਿਹਾਸ ਨਾਲ ਰਲਦਾ ਤੁਹਾਡੇ ਕੋਲੇ ਹੋਵੇ ਕਿ ਇਹ ਕਦੋਂ ਸ਼ੁਰੂ ਹੋਇਆ, ਤਾਂ ਯਾਦ ਰੱਖੋ ਕਿ ਜਵਾਬ ਸਿਰਫ ਗੁਰੂ ਨਾਨਕ ਪਾਤਸ਼ਾਹ ਹੀ ਹੋਣਗੇ। ਹਰ ਇੱਕ ਚੀਜ਼ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੁੰਦੀ ਹੈ ਸਿੱਖ ਫਲਸਫੇ ਦੀ। ਸੋ ਇਸ ਕਰਕੇ ਮੈਨੂੰ ਉਮੀਦ ਆ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਦੇ ਦਿੱਤਾ ਹੋਊਗਾ। ਜੇ ਫਿਰ ਵੀ ਤੁਹਾਨੂੰ ਕੋਈ ਲੱਗਾ ਕਿ ਨਹੀਂ ਮੈਂ ਕਲੀਅਰ ਹੋ ਸਕੀ ਜਾਂ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ, ਤਾਂ ਮੈਂ ਦੁਬਾਰਾ ਬੋਲ ਰਹੀ ਹਾਂ, info@akalchannel.tv, info@akalchannel.tv। ਤੁਸੀਂ ਇਹਦੇ 'ਤੇ ਸਾਨੂੰ ਆਪਣਾ ਜਿਹੜਾ ਸਵਾਲ ਆ ਉਹ ਪਾ ਸਕਦੇ ਆ। ਇੱਕ ਹੋਰ ਜਾਂਦੇ ਮੈਂ ਗੱਲ ਕਰੂੰਗੀ ਕਿ ਮੈਨੂੰ ਕਿਸੇ ਨੇ ਇਹ ਵੀ ਲਿਖਿਆ ਹੋਇਆ ਕਿ ਤੁਸੀਂ ਜੀ ਗੂਗਲ ਦੀ ਪਹਿਲਾਂ ਪਤਾ ਨਹੀਂ ਕੀ ਲਿਖ ਕੇ ਉਹਨਾਂ ਨੇ ਕੁਰਾਨ ਸ਼ਰੀਫ ਬਾਰੇ, ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਰੈਫਰੈਂਸ ਗੂਗਲ। ਭਾਈ ਸਾਹਿਬ, ਮੈਂ ਜਿਹੜੀ ਵੀ ਗੱਲ ਕਰਦੀ ਹਾਂ ਹਮੇਸ਼ਾ ਤੁਹਾਨੂੰ ਰੈਫਰੈਂਸ ਦੇ ਨਾਲ ਦੱਸਦੀ ਹਾਂ, ਪੇਜ ਨੰਬਰ ਦੇ ਨਾਲ ਦੱਸਦੀ ਹਾਂ। ਸੋ ਤੁਸੀਂ ਮੇਰੇ ਕੋਲ ਆਈ ਅਪਰੀਸ਼ੀਏਟ ਕਿ ਜੇ ਤੁਸੀਂ ਮੈਨੂੰ ਪੇਜ ਨੰਬਰ ਦੇ ਨਾਲ ਦੱਸੋ, ਗੂਗਲ ਦੇ ਨਾਲ ਰੈਫਰੈਂਸ ਲੈ ਕੇ, ਤੇ ਮੇਰੇ ਨਾਲ ਆਈ ਡੋਂਟ ਥਿੰਕ ਕਿ ਮੈਨੂੰ ਗੂਗਲ ਦੀਆਂ ਰੈਫਰੈਂਸਿਸ, ਗੂਗਲ ਦੇ ਉੱਤੇ ਵੱਧ ਤੋਂ ਵੱਧ ਵਿਕੀਪੀਡੀਆ ਹੁੰਦਾ, ਤੁਸੀਂ ਵਿਕੀਪੀਡੀਆ ਦੇਖਦੇ ਹੋ। ਵਿਕੀਪੀਡੀਆ ਕੋਈ ਵੀ ਇੰਪਲੀਮੈਂਟ ਕਰ ਸਕਦਾ, ਉਹਨੂੰ ਕੋਈ ਵੀ ਥੋੜ੍ਹਾ ਬਹੁਤ ਇੱਧਰ ਉੱਧਰ ਕਰ ਸਕਦਾ ਆ। ਸੋ ਆਈ ਡੋਂਟ ਬਿਲੀਵ ਵਿਕੀਪੀਡੀਆ। ਟੈਕਸਚੁਅਲੀ, ਕੰਟੈਕਸਚੁਅਲੀ ਤੁਹਾਡੇ ਕੋਲੇ ਕੋਈ ਪੁਖਤਾ ਪ੍ਰਮਾਣ ਹੈਗੇ ਆ ਮੇਰੀ ਗੱਲ ਨੂੰ ਕੱਟਣ ਦੇ ਜਾਂ ਵਧਾਉਣ ਦੇ, ਯੂ ਆਰ ਮੋਸਟ ਵੈਲਕਮ। ਮੈਂ ਉਹਨੂੰ ਖਿੜੇ ਮੱਥੇ ਸਵੀਕਾਰ ਕਰੂੰਗੀ। ਪਰ ਜੇ ਵਿਕੀਪੀਡੀਆ ਦੇਖ ਕੇ ਤੁਸੀਂ ਆਉਣਾ ਹੈ ਤਾਂ ਸੌਰੀ, ਫਿਰ ਮੇਰੇ ਕੋਲ ਕੋਈ ਮੈਂ ਉਹਦਾ ਜਵਾਬ ਦੇਣਾ ਸਹੀ ਨਹੀਂ ਸਮਝਦੀ। ਇੱਕ ਕਿਸੇ ਦਾ ਮੈਨੂੰ ਸਵਾਲ ਆਇਆ ਸੀਗਾ ਕਿ ਭਗੌਤੀ ਕੀ ਹੈ। ਹੁਣ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਇੱਕ ਗੱਲ ਇਹਦੇ ਬਾਰੇ ਉਹਨਾਂ ਨੂੰ ਦੱਸਦਾ ਕਿ ਤੁਹਾਨੂੰ ਭਗੌਤੀ ਕੀ ਹੈ, ਇਹਦਾ ਜਵਾਬ ਜਿਹੜਾ ਹੈ ਉਹ ਅਗਲੇ ਆਉਣ ਵਾਲੇ ਐਪੀਸੋਡਸ ਦੇ ਵਿੱਚ ਮਿਲ ਜਾਊਗਾ, ਕਿਉਂਕਿ ਮੈਂ ਹੁਣ ਅਰਦਾਸ ਦੀ ਹੀ ਵਿਆਖਿਆ ਸ਼ੁਰੂ ਕਰਨੀ ਆ, ਅਤੇ ਸ਼ਾਇਦ ਤੀਸਰੇ ਜਾਂ ਇਸ ਤੋਂ ਬਾਅਦ ਤੀਜੇ ਜਾਂ ਚੌਥੇ ਐਪੀਸੋਡ ਦੇ ਵਿੱਚ ਤੁਹਾਨੂੰ ਉਹ ਭਗੌਤੀ ਕੀ ਹੈ ਉਹਦਾ ਵੀ ਆਨਸਰ ਮੈਂ ਦੇ ਦੂੰਗੀ। ਇੰਨੀ ਗੱਲ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦੀ ਹਾਂ ਜੀ। ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ, ਭੁੱਲਾਂ ਚੁੱਕਾਂ ਦੀ ਖਿਮਾ। ਬਾਕੀ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਸਾਨੂੰ ਜ਼ਰੂਰ ਲਿਖ ਕੇ ਭੇਜੋ। ਸਵਾਲਾਂ ਦੇ ਨਾਲ ਹੀ ਡਾਇਲੌਗ ਸ਼ੁਰੂ ਹੋਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।